ਏਕਾ ਏਕੰਕਾਰ ਲਿਖ ਦੇ ਖਾਲਿਆ, ਊੜਾ ਓੰਕਾਰ ਪਾਸ ਬਹਾਲਿਆ। ਭਾਈ ਗੁਰਦਾਸ ਸਾਹਿਬ ਜੀ ਦੀ ਇਹ ਜਿਹੜੀ ਪੌੜੀ ਹੈ, ਇਹ ਸਾਡੇ ਮੂਲ ਮੰਤਰ ਦੇ ਨਾਲ ਸੰਬੰਧ ਰੱਖਦੀ ਹੈ। ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਹੜਾ ਅਸੀਂ ਸੰਪੂਰਨ ਰੂਪ ਦੇ ਵਿੱਚ ਪੜ੍ਹਦੇ ਹਾਂ, ਉਹਨੂੰ ਕਿਹਾ ਜਾਂਦਾ ਹੈ ਮੂਲ ਮੰਤਰ। ਇੱਕ ਸ਼ਬਦ ਹੈ ਜਿਹਨੂੰ ਕਿਹਾ ਜਾਂਦਾ ਹੈ ਗੁਰਮੰਤਰ। ਗੁਰਮੰਤਰ ਹੈ ਵਾਹਿਗੁਰੂ। ਮੂਲ ਮੰਤਰ ਹੈ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਸਾਡਾ ਮੂਲ ਮੰਤਰ ਹੈ। ਔਰ ਜਿਹੜੇ ਸ਼ਬਦ ਇਸ ਮੂਲ ਮੰਤਰ ਦੇ ਵਿੱਚ ਵਰਤੇ ਗਏ ਨੇ, ਲਗਭਗ ਉਹ ਸ਼ਬਦ ਇੱਥੇ ਆਉਣਗੇ ਕੁਝ ਸ਼ਬਦਾਂ ਨੂੰ ਛੱਡ ਕੇ। ਤੇ ਇਸ ਮੂਲ ਮੰਤਰ ਦੀ ਮਹਿਮਾ ਕੀ ਹੈ, ਵੀ ਇਹ ਕਿਹੜਾ ਕਮਾਲ ਦਾ ਸ਼ਬਦ ਸਤਿਗੁਰੂ ਸਾਨੂੰ ਬਖਸ਼ ਕੇ ਗਏ ਨੇ, ਤੇ ਉਹਨੂੰ ਅਸੀਂ ਸਮਝਣਾ ਹੈ। ਤੇ ਜਿੱਦਾਂ ਇਹਨੂੰ ਮੈਂ ਸਮਝਦਾ ਹਾਂ, ਜੇ ਮੈਂ ਆਪ ਜੀ ਦੇ ਅੱਗੇ ਰੱਖ ਸਕਿਆ ਤੇ ਮਹਾਰਾਜ ਸੇਵਾ ਲੈ ਲੈਣ, ਮੈਂ ਇੱਦਾਂ ਕਹਿ ਸਕਦਾ ਹਾਂ। ਔਰ ਸਾਡੇ ਜਿੱਦਾਂ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਾਂ ਕਿ ਜੇਕਰ ਸਾਨੂੰ ਲੰਮੀਆਂ ਬਾਣੀਆਂ ਨਹੀਂ ਯਾਦ, ਵੀ ਮੈਨੂੰ ਆਹ ਬਾਣੀ ਯਾਦ ਨਹੀਂ ਹੈ, ਤੇ ਮੂਲ ਮੰਤਰ ਯਾਦ ਕਰਦਿਆਂ ਕੋਈ ਬਹੁਤਾ ਲੰਮਾ ਜ਼ੋਰ ਨਹੀਂ ਲਾਉਣਾ ਪੈਂਦਾ ਸਾਨੂੰ, ਵੀ ਇਹ ਯਾਦ ਹੀ ਨਹੀਂ ਮੈਨੂੰ ਹੋ ਰਿਹਾ। ਹਫਤਾ ਬੰਦਾ ਲਗਾਤਾਰ ਪੜ੍ਹ ਲਵੇ, ਇਹ ਯਾਦ ਹੋ ਜਾਂਦਾ। ਵੈਸੇ ਤਾਂ ਇੱਕੋ ਦਿਨ 'ਤੇ ਯਾਦ ਹੋ ਜਾਂਦਾ। ਔਰ ਵੇਖੋ ਸਾਡੇ ਬੱਚਿਆਂ ਨੂੰ ਵੀ ਇਹ ਯਾਦ ਹੁੰਦਾ ਹੈ, ਪਰ ਉਹ ਯਾਦ ਰਹਿੰਦਾ ਤਾਂ ਹੈ ਜੇਕਰ ਪੜ੍ਹਦੇ ਰਹੀਏ, ਨਹੀਂ ਤੇ ਫਿਰ ਭੁੱਲ ਜਾਂਦਾ। ਵੱਡਿਆਂ ਨੂੰ ਵੀ ਭੁੱਲ ਜਾਂਦਾ ਹੈ। ਔਰ ਸਾਨੂੰ ਇਹ ਹੁਕਮ ਹੈ ਕਿ ਜਦੋਂ ਅਸੀਂ ਸਵੇਰੇ ਉੱਠਣਾ ਹੈ ਤੇ ਅਜੇ ਅਸੀਂ ਆਪਣਾ ਜਪਜੀ ਸਾਹਿਬ ਸ਼ੁਰੂ ਨਹੀਂ ਕੀਤਾ ਹੈ, ਨਿਤਨੇਮ ਸ਼ੁਰੂ ਨਹੀਂ ਕੀਤਾ ਹੈ, ਉਹਦੇ ਤੋਂ ਪਹਿਲਾਂ ਵਾਹਿਗੁਰੂ ਦਾ, ਗੁਰਮੰਤਰ ਦਾ, ਮੂਲ ਮੰਤਰ ਦਾ, ਇਹ ਇੱਕ ਓੰਕਾਰ ਤੋਂ ਲੈ ਕੇ ਤੇ ਗੁਰਪ੍ਰਸਾਦ ਤੱਕ ਦਾ ਅਸੀਂ ਜਾਪ ਕਰਨਾ ਹੈ। ਇਹ ਸਾਨੂੰ ਹੁਕਮ ਹੈ ਰਹਿਤ ਮਰਿਆਦਾ ਦੇ ਵਿੱਚ, ਵੀ ਇਹਨੂੰ ਕਰਨਾ ਹੀ ਕਰਨਾ ਹੈ। ਔਰ ਸਿਰਫ ਅੰਮ੍ਰਿਤ ਵੇਲੇ ਹੀ ਨਹੀਂ, ਦਿਨ ਦੇ ਵਿੱਚ ਜਿਸ ਵੇਲੇ ਵੀ ਹੋ ਸਕੇ। ਬੇਨਤੀ ਕਰ ਦੇਵਾਂ, ਘਰੋਂ ਤੁਸੀਂ ਗੁਰਦੁਆਰਾ ਸਾਹਿਬ ਆ ਰਹੇ ਜੇ, ਗੁਰਦੁਆਰਾ ਸਾਹਿਬ ਤੋਂ ਘਰ ਜਾ ਰਹੇ ਜੇ, ਦੁਕਾਨ ਦੇ ਉੱਤੇ ਜਾ ਰਹੇ ਜੇ ਬਾਣੀ ਯਾਦ ਹੈ ਤੇ ਵਾਹ ਭਲੀ ਗੱਲ ਹੈ ਕਿ ਬਾਣੀ ਪੜ੍ਹ ਲਓ। ਪਰ ਜੇ ਨਹੀਂ ਬਾਣੀ ਯਾਦ ਤੇ ਹੋਰ ਸੋਚਾਂ ਵੀ ਤੇ ਸੋਚਣੀਆਂ ਨੇ। ਬੰਦਾ ਆਰਾਮ ਦੇ ਨਾਲ ਮੂਲ ਮੰਤਰ ਦਾ ਪਾਠ ਕਰਦਾ ਚਲੀ ਜਾਵੇ, ਨਾਲੇ ਤੇ ਬੰਦਗੀ ਹੋ ਜਾਂਦੀ ਹੈ, ਨਾਲੇ ਬਹੁਤੀਆਂ ਚੀਜ਼ਾਂ ਦੇ ਵੱਲੋਂ ਧਿਆਨ ਹਟਿਆ ਰਹਿੰਦਾ ਬੰਦੇ ਦਾ। ਉਹ ਫਿਰ ਚੱਲਣ ਦੇ ਵਿੱਚ ਵੀ ਇੱਕ ਸਕੂਨ ਆਵੇਗਾ ਵੀ ਜਦੋਂ ਮੈਂ ਚੱਲਦਾ ਹਾਂ ਤੇ ਚੱਲਦਾ ਬੜੇ ਕਮਾਲ ਦਾ ਹਾਂ। ਨਹੀਂ ਤੇ ਹਰ ਚੀਜ਼ ਵੱਲ ਵੇਖ ਕੇ ਓਪੀਨੀਅਨ ਬਣਾਈ ਜਾਣੇ, ਉਹ ਇੱਦਾਂ ਹੈ, ਆਹ ਇੱਦਾਂ ਹੈ। ਇਹ ਦਿੰਦਾ ਕੁਝ ਨਹੀਂ ਹੈ, ਸਗੋਂ ਸਾਡੇ ਅੰਦਰੋਂ ਚੀਜ਼ਾਂ ਖਤਮ ਕਰ ਦਿੰਦਾ। ਜਿੰਨਾ ਵੀ ਹੋ ਸਕੇ, ਗਿਣਤੀ ਹੀ ਨਹੀਂ ਇਸ ਪਾਸੇ ਤੋਂ ਵੀ ਕਿੰਨੀ ਵਾਰ ਕਹਿਣਾ ਹੈ। ਕਹਿਣਾ ਜ਼ਰੂਰ ਹੈ, ਕਹਿਣ ਤੋਂ ਹਟਣਾ ਨਹੀਂ। ਜਿੰਨਾ ਵੀ ਕਿਹਾ ਜਾਵੇ ਦਿਨ ਦੇ ਵਿੱਚ, ਜਦੋਂ ਵੀ ਵਿਹਲੇ ਹਾਂ ਉਸ ਵੇਲੇ ਬਸ ਇਹ ਇੱਕ ਚੀਜ਼ ਸਾਡੇ ਅੰਦਰ ਸ਼ੁਰੂ ਹੋ ਜਾਣੀ ਚਾਹੀਦੀ ਹੈ। ਔਰ ਇੰਨੀ ਹੋਣੀ ਚਾਹੀਦੀ ਹੈ ਵੀ ਸਾਨੂੰ ਸਕੂਨ ਆ ਜਾਵੇ ਇਸ ਸ਼ਬਦ ਨੂੰ ਸੁਣ ਕੇ। ਆਪ ਪੜ੍ਹੀਏ ਤਾਂ ਵੀ ਆ ਜਾਵੇ, ਕਿਸੇ ਦੇ ਕੋਲੋਂ ਸੁਣੀਏ ਤਾਂ ਵੀ ਆ ਜਾਵੇ। ਇੰਨਾ ਸਕੂਨ ਹੋਣਾ ਚਾਹੀਦਾ ਹੈ ਇਸ ਸ਼ਬਦ ਦੇ ਵਿੱਚ। ਔਰ ਇਹ ਇੰਨਾ ਸ਼ਬਦ ਸਾਡੇ ਆਲੇ ਦੁਆਲੇ ਘੁੰਮਣਾ ਚਾਹੀਦਾ ਹੈ। ਸਾਡੀ ਸੁਰਤ ਜਿਹੜੀ ਹੈ ਨਾ, ਉਹ ਇਹਦੇ ਤੋਂ ਬਾਹਰ ਨਹੀਂ ਹੋਣੀ ਚਾਹੀਦੀ। ਮੈਂ ਫਿਰ ਕਹਿ ਦੇਵਾਂ, ਵਿਹਲੇ ਹਾਂ ਤੇ ਇਹਦਾ ਪਾਠ ਸ਼ੁਰੂ ਕਰ ਦਈਏ, ਜਾਪ ਸ਼ੁਰੂ ਕਰ ਦਈਏ। ਮੂਲ ਮੰਤਰ ਦਾ ਮਤਲਬ ਹੀ ਕੀ ਹੈ? ਮੰਤਰ ਦਾ ਵੈਸੇ ਅਰਥ ਹੁੰਦਾ ਹੈ, ਇੱਦਾਂ ਕਹਿ ਲਈਏ ਸਲਾਹ। ਤੇ ਵੈਸੇ ਮੰਤਰ ਨੂੰ ਸਿੱਧੀ ਦੇ ਲਈ ਵਰਤਿਆ ਜਾਂਦਾ ਹੈ। ਕਿਸੇ ਚੀਜ਼ ਨੂੰ ਵਾਰ-ਵਾਰ ਦੁਹਰਾਉਣਾ, ਯਾਦ ਕਰਨਾ, ਉਹਨੂੰ ਵਾਰ-ਵਾਰ ਪੜ੍ਹਨਾ। ਉਹ ਇਸ ਕਰਕੇ ਪੜ੍ਹਦੇ ਨੇ ਵੀ ਕਿਸੇ ਚੀਜ਼ ਨੂੰ ਮਨ ਦੇ ਵਿੱਚ ਵਸਾ ਲਿਆ ਹੈ ਵੀ ਆਹ ਚੀਜ਼ ਹੋ ਜਾਵੇ, ਉਹ ਚੀਜ਼ ਕਰਨ ਦੇ ਲਈ ਮੈਂ ਇਸ ਮੰਤਰ ਨੂੰ ਵਾਰ-ਵਾਰ ਪੜ੍ਹਾਂਗਾ। ਬੜੇ ਲੋਕ ਇੱਕੋ ਮੰਤਰ ਦਾ ਵਾਰ-ਵਾਰ ਉਚਾਰਨ ਕਰਦੇ ਨੇ, ਪਰ ਕਿਉਂ ਕਰਦੇ ਨੇ? ਕਿ ਉਹਨਾਂ ਦੇ ਪੱਲੇ ਕੁਝ ਤਾਕਤ ਆ ਜਾਵੇ। ਮੰਤਰ ਦਾ ਮਤਲਬ ਇੱਦਾਂ ਕਹਿ ਲਓ ਵੀ ਉਹ ਸ਼ਬਦ ਜਿਹਦੇ ਵਿੱਚ ਤਾਕਤ ਹੈ। ਹੁਣ ਸਤਿਗੁਰੂ ਨੇ ਇਹਨੂੰ ਇਕੱਲਾ ਮੰਤਰ ਨਹੀਂ ਕਿਹਾ, ਜਾਂ ਪੰਥ ਨੇ, ਗੁਰਮਤ ਨੇ ਇਹਨੂੰ ਮੂਲ ਮੰਤਰ ਸ਼ਬਦ ਵਰਤਿਆ ਹੈ। ਮੂਲ ਦਾ ਮਤਲਬ ਹੁੰਦਾ ਹੈ ਜੜ, ਰੂਟ।
ਇਹਦਾ ਮਤਲਬ ਹੈ ਕਿ ਇਹ ਉਹ ਮੰਤਰ ਹੈ ਜਿਹੜਾ ਹੋਰ ਸਾਰੇ ਮੰਤਰਾਂ ਦਾ ਰੂਟ ਹੈ, ਹੋਰ ਸਾਰੇ ਮੰਤਰਾਂ ਦੀ ਜੜ ਹੈ। ਤੇ ਇੰਨਾ ਕੁ ਹੈ ਆਕਾਰ ਦੇ ਵਿੱਚ ਵੀ ਕੋਈ ਬਹਾਨਾ ਨਹੀਂ ਲਾ ਸਕਦਾ ਜੀ ਮੈਨੂੰ ਤੇ ਯਾਦ ਹੀ ਨਹੀਂ ਹੈ। ਇਹ ਗੱਲ ਮੈਂ ਪਹਿਲਾਂ ਬੇਨਤੀ ਕਰ ਦਿੱਤੀ ਹੈ। ਇਹ ਬਹਾਨਾ ਲਾ ਸਕਦਾ ਵੀ ਮੈਨੂੰ ਕਰਨ ਦਾ ਚੇਤਾ ਨਹੀਂ ਰਹਿੰਦਾ, ਮੈਨੂੰ ਚੇਤਾ ਭੁੱਲ ਜਾਂਦਾ ਵੀ ਮੈਂ ਤੇ ਇਹ ਪੜ੍ਹਨਾ ਸੀ, ਪਰ ਇਹ ਬਹਾਨਾ ਨਹੀਂ ਕੋਈ ਲਾ ਸਕਦਾ ਵੀ ਭਾਈ ਮੈਨੂੰ ਤੇ ਇਹ ਯਾਦ ਹੀ ਨਹੀਂ ਹੋਇਆ, ਬਸ ਥੋੜ੍ਹੀ ਜਿਹੀ ਮਿਹਨਤ ਕਰ ਲੇ ਤੇ ਇਹ ਯਾਦ ਹੋ ਜਾਂਦਾ, ਕਿਉਂਕਿ ਲਗਭਗ ਅਸੀਂ ਸੁਣਦੇ ਰਹਿੰਦੇ ਹਾਂ ਇਸ ਮੂਲ ਮੰਤਰ ਨੂੰ, ਸਾਡੇ ਲਈ ਔਖਾ ਨਹੀਂ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ, ਤੇ ਮੈਂ ਇਸ ਕਰਕੇ ਬੇਨਤੀ ਕਰਕੇ ਤੇ ਇਸ ਚੀਜ਼ ਨੂੰ ਸ਼ੁਰੂ ਕਰਾਂਗਾ। ਵੇਖੋ, ਬਾਣੀ ਜਿੰਨੀ ਪੜ੍ਹੀ ਜਾਵੇ ਥੋੜ੍ਹੀ ਹੈ, ਇਹ ਮੈਂ ਵਾਰ-ਵਾਰ ਬੇਨਤੀ ਕਰਦਾ ਪਿਆ, ਕਿਤੇ ਇਹ ਨਾ ਸੋਚ ਲਈਏ ਕਿ ਹੋਰ ਕਿੰਨੀ ਕੁ ਪੜ੍ਹੀ ਜਾਣੀ ਹੈ। ਜਿੰਨੀ ਪੜ੍ਹੀ ਜਾਵੇ ਓਨੀ ਥੋੜ੍ਹੀ ਹੈ, ਪਰ ਇਹਨਾਂ ਚੀਜ਼ਾਂ ਦੇ ਜਾਪ ਸਾਡੇ ਲਈ ਜ਼ਰੂਰੀ ਨੇ। ਜਦੋਂ ਤੁਰਦੇ ਫਿਰਦੇ ਪਏ ਹਾਂ ਫਿਰ ਉਹੀ ਗੱਲ ਦੁਹਰਾ ਰਿਹਾ ਹਾਂ, ਤੇ ਉਸ ਵੇਲੇ ਵਾਹਿਗੁਰੂ ਕਹਿ ਲਓ, ਗੁਰਮੰਤਰ ਕਹਿ ਲਓ, ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਵੀ ਜੇ ਨਿਤਨੇਮ ਸਵੇਰ ਦਾ ਸ਼ੁਰੂ ਕਰਨਾ ਹੈ ਤੇ ਉਸ ਸ਼ੁਰੂ ਨਿਤਨੇਮ ਕਰਨ ਤੋਂ ਪਹਿਲਾਂ ਸਾਡੇ ਕੋਲ ਸਮਾਂ ਹੁੰਦਾ ਹੈ। ਉਸ ਸਮੇਂ ਦੇ ਵਿੱਚ ਅਸੀਂ ਕੀ ਕਰਦੇ ਪਏ ਹੁੰਦੇ ਹਾਂ, ਉਸ ਵੇਲੇ ਇਸ ਸਮੇਂ ਨੂੰ ਸੰਭਾਲਣਾ ਹੁੰਦਾ ਹੈ। ਔਰ ਜਦੋਂ ਤੱਕ ਇਹਨੂੰ ਕਹਿ ਦੇਵਾਂਗੇ ਨਾ ਕਿ ਮੰਨ ਲਓ ਅਜੇ ਸਾਡੀ ਨੀਂਦ ਖੁੱਲੀ ਹੈ, ਉੱਠਦੇ ਪਏ ਹਾਂ, ਕਈ ਤਾਂ ਬਿਲਕੁਲ ਉਸੇ ਵੇਲੇ ਉੱਠ ਜਾਂਦੇ ਨੇ, ਕਈਆਂ ਉੱਠਦਿਆਂ ਵੀ 2-3 ਮਿੰਟ ਲੱਗਦੇ ਨੇ ਬੈੱਡ ਤੋਂ, ਤੇ ਉਸ ਸਮੇਂ ਦੇ ਵਿੱਚ ਅਸੀਂ ਕੀ ਕਰਦੇ ਪਏ ਹਾਂ, ਉਸ ਸਮੇਂ ਦੇ ਵਿੱਚ ਇਹਨੂੰ ਸੰਭਾਲਣਾ ਹੁੰਦਾ ਹੈ, ਜਿਹਨੂੰ ਮੂਲ ਮੰਤਰ ਕਿਹਾ ਜਾਂਦਾ ਹੈ, ਜਿਹਨੂੰ ਗੁਰਮੰਤਰ ਕਿਹਾ ਜਾਂਦਾ ਹੈ। ਇਹਨੂੰ ਸੰਭਾਲਣਾ ਹੁੰਦਾ ਹੈ। ਸੰਭਾਲਣ ਦਾ ਮਤਲਬ ਇਹਨੂੰ ਜ਼ੁਬਾਨ ਤੇ ਲੈ ਕੇ ਆਉਣਾ ਹੁੰਦਾ ਹੈ। ਫਿਰ ਨਿਤਨੇਮ ਕਰਦਿਆਂ ਵੀ ਧਿਆਨ ਜਿਹੜਾ ਹੈ ਨਾ ਉਹ ਟਿਕ ਜਾਵੇਗਾ। ਸਮਝ ਲਓ ਇਹ ਨਿਤਨੇਮ ਨੂੰ ਕਰਨ ਦੇ ਲਈ ਇੱਕ ਬੇਸ ਬਣਾਉਣ ਵਾਲੀ ਗੱਲ ਹੈ, ਔਰ ਇਹ ਬਹੁਤ ਇੰਪੋਰਟੈਂਟ ਹੈ ਜ਼ਿੰਦਗੀ ਦੇ ਵਿੱਚ। ਸਾਨੂੰ ਹੁਕਮ ਹੈ ਇਹਨੂੰ ਕਰਨ ਦਾ, ਜਿੰਨਾ ਵੀ ਹੋ ਜਾਵੇ ਓਨਾ ਥੋੜ੍ਹਾ ਹੈ। ਹੁਣ ਇਹਨੂੰ ਇੱਦਾਂ ਸਮਝ ਲਈਏ ਵੀ ਇਹ ਜਿਹੜਾ ਹੈ ਮੂਲ ਮੰਤਰ ਹੈ, ਗੁਰੂ ਨਾਨਕ ਨੇ ਸਾਡੇ ਉੱਤੇ ਕਿੰਨੀ ਕਿਰਪਾ ਕੀਤੀ ਹੈ ਵੀ ਇਹ ਚੀਜ਼ ਸਾਨੂੰ ਬਖਸ਼ੀ ਹੈ। ਇੱਕ ਘਟਨਾ ਦਾ ਜ਼ਿਕਰ ਮੈਂ ਆਪ ਜੀ ਦੇ ਅੱਗੇ ਕਰ ਦੇਵਾਂ ਤੇ ਫਿਰ ਅਸੀਂ ਇਹਦੀ ਵਿਆਖਿਆ ਨੂੰ ਸ਼ੁਰੂ ਕਰਾਂਗੇ। ਏਕਾ ਏਕੰਕਾਰ ਲਿਖ ਦਿਖਾਲਿਆ। ਹੁਣ ਇੱਥੇ ਤੇ ਸਾਰੇ ਅੱਖਰ ਲਿਖੇ ਆ ਰਹੇ ਨੇ। ਜਦੋਂ ਤੁਸੀਂ ਇੱਕ ਓੰਕਾਰ ਦਾ ਸਰੂਪ ਵੇਖਦੇ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ। ਵੈਸੇ ਮੰਗਲ ਕੱਢ ਦਿਓ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ, ਫਿਰ ਅਸੀਂ ਇਸ ਪੰਕਤੀ ਨੂੰ ਵਿਚਾਰ ਲਵਾਂਗੇ। ਇੱਕ ਓੰਕਾਰ ਦਾ ਸਰੂਪ ਸਾਨੂੰ ਸਾਰਿਆਂ ਨੂੰ ਚੇਤੇ ਹੈ ਵੀ ਇੱਕ ਓੰਕਾਰ ਲਿਖਿਆ ਕਿੱਦਾਂ ਜਾਂਦਾ ਹੈ। ਤੁਹਾਡੇ ਸਾਹਮਣੇ ਲਿਖਿਆ ਵੀ ਆ ਗਿਆ, ਇਹ ਸਾਨੂੰ ਭੁੱਲਿਆ ਨਹੀਂ ਹੈ ਵੀ ਇਹਦੇ ਵਿੱਚ ਇੱਕ ਜਿਹੜਾ ਹੈ ਉਹ ਗਿਣਤੀ ਦਾ ਏਕਾ ਹੈ, ਤੇ ਇਹਦੇ ਤੋਂ ਬਾਅਦ ਊੜਾ ਉਹ ਗੁਰਮੁਖੀ ਲਿਪੀ ਦਾ ਇੱਕ ਸ਼ਬਦ ਹੈ। ਤੀਜਾ ਸ਼ਬਦ ਇਹਦੇ ਨਾਲ ਕਾਰ ਮੰਨਿਆ ਜਾਂਦਾ ਹੈ, ਜੋ ਊੜੇ ਦਾ ਮੂੰਹ ਖੁੱਲ੍ਹਾ ਹੈ। ਵੈਸੇ ਊੜਾ ਜਦੋਂ ਤੁਸੀਂ ਵੇਖੋ ਨਿਰਭਉ ਦੇ ਵਿੱਚ ਵੇਖਦੇ ਪਏ ਜੇ, ਉਦੋਂ ਊੜਾ ਜਿਹੜਾ ਉੱਪਰੋਂ ਉਹ ਬੰਦ ਹੈ, ਪਰ ਓੰਕਾਰ ਦੇ ਵਿੱਚ ਊੜਾ ਬੰਦ ਨਹੀਂ ਹੈ, ਉਹ ਕਾਰ ਹੈ। ਇੱਥੇ ਕਾਰ ਜਿਹੜੀ ਹੈ ਉਹ ਛੋਟੀ ਹੈ। ਹੱਥ ਲਿਖਤ ਸਰੂਪ ਤੁਸੀਂ ਵੇਖੋਗੇ ਜਾਂ ਦੂਜੇ ਪ੍ਰਿੰਟ ਹੋਏ ਸਰੂਪ ਵੇਖੋਗੇ, ਉਹਨਾਂ ਦੀ ਜਿਹੜੀ ਕਾਰ ਹੈ ਉਹਦਾ ਆਕਾਰ ਬਹੁਤ ਵੱਡਾ ਕੀਤਾ ਹੋਇਆ। ਇਹਨੂੰ ਓੰਕਾਰ ਬੋਲਿਆ ਜਾਂਦਾ ਹੈ। ਜਿਹੜਾ ਇੱਕ ਓੰਕਾਰ, ਇਹਨੂੰ ਇਸ ਰੂਪ ਦੇ ਵਿੱਚ ਵੀ ਬੋਲਿਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਸਾਨੂੰ ਕਿ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਉਪਦੇਸ਼ ਹੈ। ਜੇ ਅਸੀਂ ਕੁਝ ਵੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਜਾਣਦੇ ਹੋਈਏ ਵੀ ਗੁਰੂ ਨਾਨਕ ਸਾਹਿਬ ਕੀ ਨੇ, ਸਾਡੀ ਜ਼ਿੰਦਗੀ 'ਚ ਸਾਨੂੰ ਕੀ ਦੇ ਕੇ ਗਏ ਨੇ, ਤੇ ਅਸੀਂ ਸੋਚਣ ਲਈ ਤੁਰ ਪਏ ਵੀ ਹਾਂ ਲੱਭਣਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਕੀ ਦੇ ਕੇ ਗਏ ਨੇ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਖੋਲਾਂਗੇ, ਜਦੋਂ ਅਸੀਂ ਜਪਜੀ ਸਾਹਿਬ ਨੂੰ ਸ਼ੁਰੂ ਕਰਾਂਗੇ, ਤੇ ਸਾਡੇ ਸਾਹਮਣੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਪਹਿਲਾ ਉਪਦੇਸ਼ ਹੋਵੇਗਾ ਉਹ ਇੱਕ ਹੋਵੇਗਾ। ਅਜੇ ਓੰਕਾਰ ਦੀ ਗੱਲ ਮੈਂ ਬਾਅਦ ਕਰਾਂਗਾ। ਇੱਕ ਹੋਵੇਗਾ, ਔਰ ਇਹ ਇੰਨਾ ਕੀਮਤੀ ਸ਼ਬਦ ਹੈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਇਸ ਇੱਕ ਦਾ ਮਤਲਬ ਸ਼ੁਰੂਆਤ ਵੀ ਹੈ, ਕਿਉਂਕਿ ਜੇ ਸਿਰਫ ਗਿਣਤੀ ਦੇ ਵਿੱਚ ਹੀ ਕਰਾਂਗੇ ਨਾ ਵੀ ਰੱਬ ਇੱਕ ਹੈ, ਤੇ ਕੋਈ ਪੁੱਛ ਸਕਦਾ ਵੀ ਤੁਹਾਨੂੰ ਕਿੱਦਾਂ ਪਤਾ ਵੀ ਰੱਬ ਇੱਕ ਹੈ। ਅਸਲ ਦੇ ਵਿੱਚ ਦੋ ਦੀ ਕੋਈ ਵਜੂਦ ਨਹੀਂ ਹੁੰਦੀ, ਦੋ ਦਾ ਕੋਈ ਆਪਣਾ ਰੂਪ ਨਹੀਂ ਹੈ। ਦੋ ਤੇ ਸਾਡੀ ਸਹੂਲਤ ਲਈ ਬਣਿਆ ਹੋਇਆ ਹੈ ਨਾ। ਇੱਕ ਜਮਾ ਇੱਕ ਦੋ ਬਣ ਜਾਂਦਾ ਹੈ, ਉਸ ਦੋ ਦੇ ਵਿੱਚ ਇੱਕ ਹੋਰ ਜਮਾ ਕਰ ਦਿਓ ਤੇ ਉਹ ਤਿੰਨ ਬਣ ਜਾਂਦਾ ਹੈ। ਗਿਣਤੀ ਕੀ ਹੈ? ਇੱਕ ਹੀ ਵੱਧਦਾ ਹੈ ਅੱਗੇ, ਇੱਕ ਹੀ ਵਧਿਆ ਹੋਇਆ ਹੈ। ਇੱਕ ਦਾ ਦੂਜਾ ਰੂਪ ਦੋ ਹੋ ਗਿਆ, ਦੋ ਤੋਂ ਤਿੰਨ, ਤਿੰਨ ਤੋਂ ਚਾਰ, ਇੱਦਾਂ 9 ਤੱਕ ਜਾਂਦੇ ਨੇ। ਅਸੀਂ ਇੱਥੇ 9 ਤੱਕ ਗਿਣਤੀ ਪੜ੍ਹਨੀ ਹੈ। ਇਸ ਇੱਕ ਦਾ ਅਰਥ ਗੁਰਬਾਣੀ ਦੇ ਵਿੱਚ ਰੱਬ ਆਇਆ ਹੈ, ਜਿਹਨੂੰ ਅਸੀਂ ਇੱਦਾਂ ਪੜ੍ਹਿਆ, ਸਾਹਿਬ ਮੇਰਾ ਇੱਕੋ ਹੈ। ਹੁਣ ਉੱਥੇ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਭਾਈ ਇੱਕ ਜਿਹੜਾ ਹੈ
ਉਹ ਗਿਣਤੀ ਵਾਲਾ ਏਕਾ ਹੈ, ਵੀ ਕਿਤੇ ਮੈਥ ਵਾਲੇ ਜਿਹੜਾ ਏਕਾ ਹੈ ਉਹਨੂੰ ਅਸੀਂ ਮੱਥਾ ਟੇਕਣਾ ਸ਼ੁਰੂ ਕਰ ਦਈਏ ਵੀ ਆਹ ਗੱਲ ਹੈ। ਇਹ ਅਸਲ ਦੇ ਵਿੱਚ ਇੱਕ ਸਿੰਬਲ ਹੈ। ਲਿਖਤ ਦੇ ਵਿੱਚ ਗੁਰਮੁਖੀ ਲਿਪੀ ਹੈ, ਪੰਜਾਬੀ ਲਿਖੀ ਗਈ ਹੈ ਸਾਰੀ, ਪਰ ਜਿਹੜਾ ਪਹਿਲਾ ਅੱਖਰ ਹੈ ਉਹ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਅੱਖਰ ਹੈ। ਇਹ ਗੁਰਮੁਖੀ ਲਿਪੀ ਦੇ ਵਿੱਚ ਨਹੀਂ ਹੈ, ਇਹ ਨੂਮੈਰੀਕਲ ਹੈ। ਇਹ ਹਿੰਦਸਿਆਂ ਦੇ ਰੂਪ ਦੇ ਵਿੱਚ ਆ ਰਿਹਾ ਹੈ ਸਾਡੇ ਸਾਹਮਣੇ, ਏਕਾ ਜਿਹਨੂੰ ਇੱਕ ਬੋਲਿਆ ਜਾਂਦਾ ਹੈ ਸਾਡੇ ਵਿੱਚ। ਹੁਣ ਸਤਿਗੁਰੂ ਨੇ ਬਹੁਤੀਆਂ ਥਾਵਾਂ ਦੇ ਉੱਤੇ ਵੇਖੋ ਪ੍ਰਭੂ, ਰੱਬ ਜਾਂ ਇਦਾਂ ਦੇ ਜਿਹੜੇ ਸ਼ਬਦ ਵਰਤੇ ਨੇ, ਉਹਦੀ ਥਾਂ ਤੇ ਕਈ ਵਾਰ ਇੱਕ ਸ਼ਬਦ ਹੀ ਵਰਤ ਦਿੱਤਾ ਹੈ। ਇੱਕ ਹੀ ਕਹਿ ਦਿੱਤਾ, ਉਹਦੀ ਥਾਂ ਦੇ ਉੱਤੇ ਹੋਰ ਕੁਝ ਵਰਤਿਆ ਹੀ ਨਹੀਂ। ਜਦੋਂ ਇੱਕ ਦੀ ਗੱਲ ਚੱਲਣ ਲੱਗ ਪਈ ਸਾਨੂੰ ਪਤਾ ਲੱਗ ਗਿਆ ਜੀ ਇੱਕ ਰੱਬ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਦਾ ਮਤਲਬ ਇਹ ਹੋ ਗਿਆ ਹੈ ਇੱਥੇ ਉਹ ਵਾਹਿਗੁਰੂ ਜਿਹੜਾ ਸਾਰਿਆਂ ਦਾ ਆਦਿ ਹੈ, ਸਾਰਿਆਂ ਦਾ ਸ਼ੁਰੂਆਤ ਹੈ, ਤੇ ਇੱਥੋਂ ਤੱਕ ਕਿ ਸਾਰਾ ਕੁਝ ਇਸ ਇੱਕ ਦੇ ਵਿੱਚ ਹੀ ਹੈ। ਜਿੱਦਾਂ ਬਹੁਤਿਆਂ ਨੂੰ ਲੱਗੇ ਵੀ ਆਪਾਂ ਜਿਹੜੇ ਬੈਠੇ ਹਾਂ, ਆਪਾਂ ਹੋ ਸਕਦਾ ਵੀ 40 ਜਾਣੇ ਬੈਠੇ ਹੋਈਏ, 50 ਜਾਣੇ ਬੈਠੇ ਹੋਈਏ, ਇਹ 40-50 ਕੀ ਹੈ? ਇਹ ਇੱਕ ਦਾ ਵਿਸਥਾਰ ਨਹੀਂ ਹੈ। ਦੁਨੀਆ ਨੂੰ ਵੈਸੇ ਨਾ ਇਦਾਂ ਮੰਨਿਆ ਜਾਂਦਾ ਹੈ, ਥੋੜੀ ਜੀ ਗੱਲ ਹੈ, ਇਹਨੂੰ ਸਮਝ ਲਿਓ। ਅਸਲ ਦੇ ਵਿੱਚ ਦੁਨੀਆ ਸਿਰਫ ਇੱਕ ਡਾਟ ਹੈ, ਪੁਆਇੰਟ ਹੈ। ਇੱਕ ਲਾਈਨ ਆਪਾਂ ਡਰਾ ਕਰਨੀ ਹੋਵੇ ਨਾ, ਤੇ ਉਹ ਪਤਾ ਨਹੀਂ ਮੈਂ ਕਿੱਦਾਂ ਆਪ ਜੀ ਦੇ ਅੱਗੇ ਰੱਖ ਸਕਾਂ। ਜੇ ਕਿਸੇ ਨੇ ਵੱਡੀ ਲਾਈਨ ਡਰਾ ਕਰਨੀ ਹੈ ਤੇ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਜਦੋਂ ਅਸੀਂ ਪੈਨਸਿਲ ਰੱਖਦੇ ਹਾਂ, ਪੈਨ ਰੱਖਦੇ ਹਾਂ, ਤੇ ਸਭ ਤੋਂ ਪਹਿਲਾਂ ਕੀ ਬਣਦਾ ਹੈ? ਇੱਕ ਡਾਟ ਬਣਦਾ ਹੈ। ਹੁਣ ਉਸ ਡਾਟ ਨੂੰ ਤੁਹਾਡੀ ਮਰਜ਼ੀ ਆ ਵੀ ਤੁਸੀਂ ਜਿਹੜਾ ਪੇਪਰ ਹੈ ਉਹਦੇ ਜਿੱਡਾ ਵੱਡਾ ਕਰ ਦਿਓ, ਤੁਹਾਡੇ ਕੋਲ ਦੀਵਾਰ ਹੈ, ਦੀਵਾਰ ਜਿੰਨਾ ਵੱਡਾ ਕਰ ਦਿਓ, ਤੁਹਾਡੇ ਕੋਲ ਪੂਰੀ ਧਰਤੀ ਹੈ ਤੇ ਪੂਰੀ ਧਰਤੀ ਤੱਕ ਹੀ ਤੁਸੀਂ ਉਸ ਲਾਈਨ ਨੂੰ ਖਿੱਚ ਦਿਓ। ਹੈ ਤੇ ਡਾਟ ਦਾ ਹੀ ਵਿਸਥਾਰ ਹੈ ਨਾ, ਡਾਟ ਤੋਂ ਹੀ ਸਾਰੀ ਦੁਨੀਆ ਅੱਗੇ ਚੱਲਦੀ ਹੈ। ਹੁਣ ਸਾਡਾ ਪਰਿਵਾਰ ਹੈ, ਅਸੀਂ ਵੇਖਣ ਨੂੰ ਕਹਿੰਦੇ ਹਾਂ ਜੀ ਅਸੀਂ ਪਰਿਵਾਰ ਦੇ ਵਿੱਚ 4 ਜੀ, ਅਸੀਂ ਪਰਿਵਾਰ ਦੇ ਵਿੱਚ 5 ਜੀ, 6 ਜੀ, 3 ਜੀ, ਜਿੰਨੇ ਵੀ ਹੋਏ, ਪਰ ਇਹਨੂੰ ਸੋਚ ਕੇ ਵੇਖੋ ਇਹ ਵਿਸਥਾਰ ਕਿੱਥੋਂ ਹੋ ਰਿਹਾ ਹੈ? ਮਾਤਾ ਪਿਤਾ ਦੇ 3 ਪੁੱਤਰ ਨੇ, ਪਰ ਵਿਸਥਾਰ ਤੇ ਇੱਥੋਂ ਹੀ ਹੋ ਰਿਹਾ ਹੈ ਨਾ। ਅੱਗੇ ਤੇ ਪਰਿਵਾਰ ਵੱਡਾ ਹੁੰਦਾ ਹੈ, ਪਰਿਵਾਰ ਤੇ ਗੱਲ ਤੇ ਇੱਥੋਂ ਦੋਵਾਂ ਤੋਂ ਬਣਦੀ ਪਈ ਹੈ ਨਾ। ਉਹ ਵੀ ਦੋਵਾਂ ਤੋਂ ਤਾਂ ਬਣਦੀ ਪਈ ਜੇ ਦੋਵਾਂ ਦੇ ਵਿੱਚ ਇੱਕ ਚੀਜ਼ ਮੌਜੂਦ ਹੈ, ਤੇ ਨਹੀਂ ਤਾਂ ਉਹ ਵਿਸਥਾਰ ਵੀ ਨਹੀਂ ਹੋਵੇਗਾ। ਸ੍ਰਿਸ਼ਟੀ ਦੀ ਸਾਰੀ ਖੇਡ ਦੇ ਵਿੱਚ ਗੱਲ ਇੱਕ ਦੀ ਹੀ ਚੱਲਦੀ ਪਈ ਹੈ। ਪਤਾ ਨਹੀਂ ਅਸੀਂ ਇਹਨੂੰ ਕਿੱਦਾਂ ਸਮਝਦੇ ਹਾਂ ਤੇ ਕਿੱਦਾਂ ਵੇਖਦੇ ਹਾਂ। ਮਰਦ ਕਹਿੰਦੇ ਨੇ ਕਹਿਣ ਸੁਣਨ ਕਉ ਦੂਜਾ, ਉਹ ਤੇ ਮੇਰੀ ਤੇ ਤੁਹਾਡੀ ਸਹੂਲਤ ਲਈ 2 ਬਣਾ ਦਿੱਤੇ ਗਏ ਨੇ। 2 ਕੁਝ ਵੀ ਨਹੀਂ ਹੈ ਇਸ ਦੁਨੀਆ ਦੇ ਵਿੱਚ। ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਹਰ ਇੱਕ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਯੂਨੀਕ ਹੈ, ਤੇ ਯੂਨੀਕਨੈਸ ਦਾ ਮਤਲਬ ਇਹ ਹੈ ਵੀ ਇੱਕ ਤੋਂ ਪੈਦਾ ਹੋਈ ਹੈ ਤੇ ਉਹ ਇੱਕ ਹੀ ਹੈ ਇਸ ਦੁਨੀਆ ਦੇ ਵਿੱਚ। ਇਹਨੂੰ ਫਿਰ ਸਮਝ ਲਿਓ। ਦੁਨੀਆ ਦੇ ਵਿੱਚ ਜਦੋਂ ਅਸੀਂ ਖਾਸ ਕਰਕੇ ਗ੍ਰਾਮਰ ਪੜ੍ਹਦੇ ਹਾਂ ਤੇ ਸਾਨੂੰ ਇੱਕ ਚੀਜ਼ ਸਿਖਾਇਆ ਜਾਂਦਾ ਜੀ, ਆਮ ਨਾਂਵ। ਆਮ ਨਾਂਵ ਦਾ ਮਤਲਬ ਕੀ ਹੁੰਦਾ ਹੈ? ਵੀ ਕੈਟਾਗਰੀ ਦੇ ਵਿੱਚ ਇੱਕ ਆਮ ਜਿਹਾ ਨਾਮ ਪੈ ਗਿਆ, ਜਿੱਦਾਂ ਪੌਦੇ ਨੇ, ਪਰ ਉਹਦੇ ਵਿੱਚ ਅੱਗੇ ਕੀ ਆ ਜਾਂਦਾ? ਖਾਸ ਨਾਮ ਹੋ ਜਾਂਦਾ। ਵੀ ਪੌਦੇ ਤੇ ਹੈ ਨੇ, ਪਰ ਇਹਨਾਂ ਸਾਰਿਆਂ ਦੇ ਖਾਸ ਨਾਮ ਨੇ, ਵੀ ਆਹ ਜੀ ਸਫੈਦਾ ਹੈ ਜੀ, ਆਹ ਟਾਹਲੀ ਹੈ, ਆਹ ਦੂਜੇ ਦਰਖਤ ਨੇ। ਇੱਦਾਂ ਬੰਦਿਆਂ ਦੇ ਵਿੱਚ ਸਾਰਿਆਂ ਨੂੰ ਕਹਿ ਦਿੱਤਾ ਜੀ ਬੰਦੇ ਬੈਠੇ ਹੋਏ ਸੀ, ਅੱਗੇ ਬੰਦਿਆਂ ਦੇ ਖਾਸ ਨਾਮ ਹੋ ਗਏ। ਇਹ ਇਸ ਭਾਵ ਤੋਂ ਹੈ ਵੀ ਅਸੀਂ ਆਪਣੀ ਸਹੂਲਤ ਲਈ, ਇੱਥੇ ਆਮ ਨਾਮ ਕੁਝ ਵੀ ਨਹੀਂ ਹੈ। ਆਮ ਨਾਮ ਮਨੁੱਖ ਕਹਿ ਦਿੱਤਾ ਹੈ, ਪਰ ਹੈ ਸਾਰਾ ਕੁਝ ਹੀ ਖਾਸ ਹੈ। ਸਾਰੇ ਜਾਣੇ ਉਸ ਇੱਕ ਤੋਂ ਪੈਦਾ ਹੋਏ ਤੇ ਯੂਨੀਕ ਪੈਦਾ ਹੋਏ। ਕੋਈ ਨਹੀਂ ਇੱਕ ਦੂਸਰੇ ਦੇ ਨਾਲ ਮਿਲਦਾ, ਚਾਹੇ ਉਹ ਦਰਖਤਾਂ ਦੇ ਪੱਤੇ ਨੇ, ਚਾਹੇ ਉਹ ਬੰਦੇ ਨੇ, ਕੋਈ ਨਹੀਂ ਮਿਲਦਾ। ਥੋੜੇ ਬਹੁਤੇ ਗੁਣ ਮਿਲ ਗਏ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਰੇ ਇੱਕੋ ਜਿਹੇ ਨੇ। ਤੇ ਮੈਂ ਇਹ ਵੀ ਆਪ ਜੀ ਦੇ ਅੱਗੇ ਰੱਖ ਦੇਵਾਂ, ਜਦੋਂ ਮਿਲਦਾ ਨਹੀਂ ਹੈ ਕੋਈ, ਤੇ ਇਹਦਾ ਮਤਲਬ ਹੈ ਰੱਬ ਨੇ ਹਰ ਇੱਕ ਨੂੰ ਵਿਲੱਖਣ ਪੈਦਾ ਕੀਤਾ ਹੈ ਤੇ ਸਪੈਸ਼ਲ ਆਪਣੇ ਲਈ ਪੈਦਾ ਕੀਤਾ ਹੋਇਆ ਹੈ। ਉਹਦੀ ਦੌੜ ਸਿਰਫ ਉਸ ਇੱਕ ਤੱਕ ਪਹੁੰਚਣ ਦੇ ਵਿੱਚ ਹੈ। ਉਹਨੂੰ ਬਾਕੀ ਦੁਨੀਆ ਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ। ਬਾਕੀ ਦੁਨੀਆ ਦੀ ਦੌੜ ਆਪਣੀ ਹੈ। ਮੈਂ ਉਹਦੇ ਤੱਕ ਕਿੱਦਾਂ ਪਹੁੰਚਦਾ ਪਾਂ? ਕਿਉਂਕਿ ਮੈਨੂੰ ਵਿਲੱਖਣ ਪੈਦਾ ਕੀਤਾ ਹੈ। ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਪਹਿਲਾ ਸਬਕ ਸਾਡੀ ਜ਼ਿੰਦਗੀ ਦਾ, ਪਹਿਲਾ ਲੈਸਨ ਸਾਨੂੰ ਇਹ ਦਿੱਤਾ ਹੈ, ਏਕਾ ਏਕੰਕਾਰ ਲਿਖ ਦਿਖਾਲਿਆ। ਮਹਾਰਾਜ ਨੇ ਸਾਨੂੰ ਏਕਾ ਲਿਖ ਕੇ ਦੇ ਦਿੱਤਾ ਹੈ। ਇੱਕ ਦਾ ਭਾਵ ਕੀ ਹੈ? ਏਕੰਕਾਰ। ਅਸੀਂ ਪੜ੍ਹਾਂਗੇ ਇਹਨੂੰ ਏਕੰਕਾਰ ਵੀ ਲਿਖਿਆ ਜਾਂਦਾ ਹੈ, ਪਰ ਸਾਡੇ ਮੂਲ ਮੰਤਰ ਦੇ ਉਚਾਰਨ ਦੇ ਵਿੱਚ ਇਹਨੂੰ ਓੰਕਾਰ ਹੀ ਬੋਲਿਆ ਜਾਂਦਾ ਹੈ। ਕਿਹੜਾ ਓੰਕਾਰ? ਓੰਕਾਰ ਬ੍ਰਹਮਾ ਉਤਪਤ। ਉਹ ਓੰਕਾਰ ਜਿਹਦੇ ਤੋਂ ਬ੍ਰਹਮਾ ਪੈਦਾ ਹੋਇਆ ਹੈ। ਬ੍ਰਹਮਾ ਸ੍ਰਿਸ਼ਟੀ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਹਿੰਦੂ ਮਤ ਦੇ ਅਨੁਸਾਰ।
ਮਹਾਰਾਜ ਕਹਿੰਦੇ ਨਹੀਂ, ਓੰਕਾਰ ਕੌਣ ਹੈ? ਓੰਕਾਰ ਬ੍ਰਹਮਾ ਉਤਪਤ, ਓੰਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਓੰਕਾਰ ਕੀਆ ਜਿਨ ਚਿਤ, ਜਿਸ ਬ੍ਰਹਮਾ ਨੇ ਓੰਕਾਰ ਨੂੰ ਆਪਣੇ ਚਿੱਤ ਦੇ ਵਿੱਚ ਵਸਾਇਆ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਉੱਤੇ, ਸਾਡੇ ਸਾਹਮਣੇ ਆ ਏਕਾ ਲਿਖ ਦਿੱਤਾ, ਆ ਇੱਕ ਲਿਖ ਦਿੱਤਾ ਹੈ। ਇਹਦੇ ਚੰਗੀ ਤਰ੍ਹਾਂ ਦਰਸ਼ਨ ਕਰੋ। ਜਿਸ ਤਰ੍ਹਾਂ ਮੈਂ ਅੱਗੇ ਬੇਨਤੀ ਕਰਦਾ ਹੁੰਨਾ ਵੀ ਗੁਰਬਾਣੀ ਦਰਸ਼ਨ ਕਰਨ ਦੀ ਵੀ ਇੱਕ ਕਲਾ ਹੈ, ਗੁਰਬਾਣੀ ਨੂੰ ਸ਼ਬਦ ਨੂੰ ਵੇਖਣ ਦਾ ਵੀ ਇੱਕ ਆਰਟ ਹੈ ਵੀ ਸਾਡੇ ਸਾਹਮਣੇ ਜਿਹੜੇ ਸ਼ਬਦ ਲਿਖੇ ਹੋਏ ਨਜ਼ਰ ਆਉਂਦੇ ਨੇ ਇਹ ਕਿੱਦਾਂ ਦੇ ਨੇ। ਮੈਨੂੰ ਇਹਨਾਂ ਅੱਖਰਾਂ ਵੱਲ ਵੇਖ ਕੇ ਚਾਅ ਚੜ੍ਹਦਾ ਹੈ ਕਿ ਮੈਨੂੰ ਜਸਟ ਇੱਕ ਲੈਸਨ ਜਿਹਾ ਨਜ਼ਰ ਆਉਂਦਾ ਕਿ ਬਸ ਲੈਸਨ ਹੈ ਤੇ ਗੱਲ ਖਤਮ ਹੋ ਗਈ। ਉਸ ਇੱਕ ਓੰਕਾਰ ਨੂੰ ਵੇਖਣ ਦਾ ਇੱਕ ਆਰਟ ਹੈ। ਚਲੋ ਇੱਕ ਗਾਥਾ ਆਪ ਜੀ ਦੇ ਅੱਗੇ ਰੱਖ ਦੇਵਾਂ, ਸ਼ਾਇਦ ਆਪ ਜੀ ਨੇ ਸੁਣੀ ਵੀ ਹੋਵੇਗੀ, ਪਈ ਹੋਈ ਹੈ YouTube ਦੇ ਉੱਪਰ। ਹਰਪਾਲ ਸਿੰਘ ਪੰਨੂ ਹੁਣਾਂ ਨੇ ਇਹ ਲੈਕਚਰ ਬੋਲਿਆ ਹੈ ਤੇ ਉਹਦੇ ਵਿੱਚ ਇੱਕ ਉਹਨਾਂ ਨੇ ਗੱਲ ਬੋਲੀ ਹੈ। ਬਲਵੰਤ ਗਾਰਗੀ, ਸ਼ਾਇਦ ਆਪ ਜੀ ਨੇ ਨਾਮ ਸੁਣਿਆ ਹੋਵੇ, ਪੰਜਾਬੀ ਦਾ ਰਾਈਟਰ ਹੋਇਆ ਹੈ ਤੇ ਨਾਟਕਕਾਰ ਬੜੇ ਕਮਾਲ ਦਾ ਹੈ। ਉਹ ਆਪਣੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 500 ਸਾਲਾ ਸੀ, ਹੁਣ 550 ਸਾਲਾ ਨਿਕਲ ਕੇ ਗਿਆ ਹੈ, ਤੇ 1969 ਦੇ ਵਿੱਚ 500 ਸਾਲਾ ਮਹਾਰਾਜ ਜੀ ਦਾ ਸੀ। ਤੇ ਉਸ ਵੇਲੇ ਨਾ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਲੇਖ ਲਿਖਿਆ ਸੀ। ਇਹ ਤੁਸੀਂ ਸਾਰਾ ਕੁਝ ਸੁਣ ਸਕਦੇ ਜੇ, ਮੈਂ ਆਪ ਜੀ ਨੂੰ ਦੱਸ ਦਿੱਤਾ ਹੈ। ਤੇ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਇੱਕ ਲੇਖ ਲਿਖਿਆ ਸੀ। ਉਸ ਲੇਖ ਦੀਆਂ ਕਹਿੰਦੇ ਕਿ 1 ਲੱਖ ਕਾਪੀ ਜਿਹੜੀ ਸੀ ਨਾ ਉਸ ਵੇਲੇ ਭਾਸ਼ਾ ਵਿਭਾਗ ਦੇ ਵੱਲੋਂ ਵੰਡੀ ਗਈ ਸੀ। 50,000 ਲਗਭਗ ਪੰਜਾਬੀ ਦੇ ਵਿੱਚ ਤੇ 50,000 ਦੂਜੀ ਭਾਸ਼ਾ ਦੇ ਵਿੱਚ। ਉਹਦੇ ਲੇਖ ਦਾ ਪਹਿਲਾ ਪੈਰਾ ਕਹਿੰਦੇ ਇਹ ਸੀ ਕਿ ਬਲਵੰਤ ਗਾਰਗੀ, ਕਿਉਂਕਿ ਪੰਜਾਬ ਦੇ ਨਾਲ ਸੰਬੰਧ ਰੱਖਦਾ ਸੀ, ਬਠਿੰਡੇ ਇਲਾਕੇ ਦੇ ਨਾਲ ਸੰਬੰਧ ਰੱਖਦਾ ਸੀ, ਤੇ ਕਹਿੰਦੇ ਕਿ ਸਵੇਰੇ ਸਵੇਰ ਸਾਡੀ ਮਾਤਾ ਨੇ ਸਾਨੂੰ ਉਠਾਇਆ, ਬੱਚੇ ਸੀ, ਤੇ ਸਾਡੀ ਮਾਤਾ ਨੇ ਸਾਨੂੰ ਉਠਾਇਆ ਤੇ ਇਸ਼ਨਾਨ ਕਰਵਾਇਆ, ਤੇ ਅਸੀਂ ਮਾਤਾ ਦੇ ਨਾਲ ਤੁਰ ਪਏ। ਤੇ ਸਾਨੂੰ ਕਹਿੰਦੇ ਵੀ ਸਵੇਰੇ ਸਵੇਰ ਨਾ ਮਾਤਾ ਇੱਕ ਸਾਧ ਦੇ ਡੇਰੇ ਦੇ ਉੱਤੇ ਲੈ ਗਈ। ਬੜੇ ਪਿਆਰ ਵਾਲੀ ਗਾਥਾ ਹੈ ਵੀ ਸਾਨੂੰ ਡੇਰੇ ਤੇ ਲੈ ਗਈ ਤੇ ਮਾਤਾ ਨੇ ਮੱਥਾ ਟੇਕਿਆ, ਮਾਤਾ ਦੇ ਪਿੱਛੇ ਲੱਗ ਕੇ ਅਸੀਂ ਵੀ ਮੱਥਾ ਟੇਕ ਦਿੱਤਾ। ਤੇ ਮਾਤਾ ਅੱਗੋਂ ਕਹਿੰਦੀ ਵੀ ਬਾਬਾ ਜੀ ਵੀ ਇੰਨੀ ਮੇਰੇ ਵਿੱਚ ਹੈਸੀਅਤ ਨਹੀਂ ਵੀ ਮੈਂ ਇਹਨਾਂ ਦੋਵਾਂ ਨੂੰ ਪੜ੍ਹਾ ਸਕਦੀ ਹਾਂ, ਇੱਕ ਨੂੰ ਪੜ੍ਹਾ ਸਕਦੀ ਹਾਂ, ਤੁਸੀਂ ਦੱਸੋ ਵੀ ਕਿਹਨਾਂ ਨੂੰ ਪੜ੍ਹਾਉਣਾ ਹੈ। ਤੇ ਉਹ ਕਹਿੰਦੇ ਵੀ ਉਹ ਬਸ ਸਾਧੂ ਵੱਲ ਵੇਖਿਆ, ਲੱਗਦਾ ਹੀ ਨਹੀਂ ਵੀ ਸਾਧੂ ਹੋਵੇ, ਵੀ ਸਮਝ ਲਓ ਵੀ ਜਿੱਦਾਂ ਦੇ ਹੁੰਦੇ ਨੇ, ਬਿਲਕੁਲ ਬੇਪਰਵਾਹ ਜਿਹਾ ਬੰਦਾ। ਕਹਿੰਦੇ ਉਹਨੇ ਸਾਡੇ ਵੱਲ ਵੇਖਿਆ ਵੀ ਨਹੀਂ, ਦੋਵਾਂ ਭਰਾਵਾਂ ਦੇ ਵੱਲ, ਤੇ ਉਹਨੇ ਮੇਰੇ ਵੱਲ ਇਸ਼ਾਰਾ ਕਰ ਦਿੱਤਾ ਵੀ ਇਹਨੂੰ ਪੜ੍ਹਾ ਲੈ। ਉਹਨੇ ਵੇਖਿਆ ਵੀ ਨਹੀਂ ਮੇਰੇ ਵੱਲ ਤੇ ਇਸ਼ਾਰਾ ਕਰ ਦਿੱਤਾ ਵੀ ਇਹਨੂੰ ਪੜ੍ਹਾ ਲੈ। ਤੇ ਉਹ ਇਸ ਗੱਲ ਨੂੰ ਲਿਖਦੇ ਨੇ ਵੀ ਕਹਿੰਦੇ ਵੀ ਜੇ ਕਿਤੇ ਸਾਧ ਮੇਰੇ ਵੱਲ ਇਸ਼ਾਰਾ ਨਾ ਕਰਦਾ ਤੇ ਮੇਰੇ ਭਰਾ ਦੇ ਵੱਲ ਇਸ਼ਾਰਾ ਕਰ ਦਿੰਦਾ, ਤੇ ਕਹਿੰਦੇ ਮੈਂ ਬੁਢਲਾਡੇ ਆੜਤੀਆ ਹੋਣਾ ਸੀ ਉਹਨੂੰ। ਉਹ ਤੇ ਉਹਨੇ ਮੇਰੇ ਵੱਲ ਇਸ਼ਾਰਾ ਕਰ ਦਿੱਤਾ ਤੇ ਮਾਂ ਨੇ ਕੀ ਕੀਤਾ, ਮਾਂ ਨੇ ਮੇਰੇ ਭਰਾ ਨੂੰ ਘਰ ਛੱਡਿਆ ਤੇ ਮੈਨੂੰ ਲੈ ਆਈ ਪਿੰਡ ਦੇ ਗੁਰਦੁਆਰੇ। ਉਦੋਂ ਗੁਰਦੁਆਰੇ 'ਚ ਕਲਾਸਾਂ ਲੱਗਦੀਆਂ ਸੀ। ਹੁਣ ਗੁਰਦੁਆਰੇ ਲੈ ਆਈ, ਬਾਕੀ ਬੱਚੇ ਉੱਥੇ ਪੜ੍ਹਦੇ ਹੁੰਦੇ ਸੀ ਤੇ ਮੈਂ ਬੱਚਿਆਂ ਦੇ ਵਿੱਚ ਜਾ ਕੇ ਜਦੋਂ ਲੱਗ ਪਿਆ ਰਹਿਣ ਜਾਣ ਲੱਗ ਪਿਆ ਤੇ 3-4 ਦਿਨ ਉੱਥੇ ਖੇਡਦਾ ਰਿਹਾ ਬੱਚਿਆਂ ਦੇ ਨਾਲ, ਤੇ ਖੇਡ ਕੇ ਮੁੜ ਆਉਣਾ। ਤੇ ਫਿਰ ਮੈਂ ਇੱਕ ਦਿਨ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਕੋਈ ਪੜ੍ਹਾਉਣ ਨਹੀਂ ਆਉਂਦਾ? ਕਹਿੰਦੇ ਜੀ ਇੱਥੇ ਆਉਂਦਾ ਹੈ ਪੜ੍ਹਾਉਣ, ਇੱਥੇ ਬਾਬਾ ਜੀ ਪੜ੍ਹਾਉਣ ਆਉਂਦੇ ਨੇ, ਸੰਥਿਆ ਦੇਣ ਆਉਂਦੇ ਨੇ, ਇੱਕ ਲੈਸਨ ਦੇ ਜਾਂਦੇ ਨੇ, ਉਹ ਸੁਣ ਲੈਂਦੇ ਨੇ ਤੇ ਅਗਲਾ ਲੈਸਨ ਜਿਹੜਾ ਉਹ ਨਵਾਂ ਦੇ ਜਾਂਦੇ ਨੇ। ਤੇ ਚਲੋ ਠੀਕ ਹੈ। ਕਹਿੰਦੇ 3 ਕੁ ਦਿਨ ਬੀਤੇ ਤੇ ਇੱਕ ਦਿਨ ਫਿਰ ਬੱਚਿਆਂ ਨੇ ਰੌਲਾ ਪਿਆ ਗਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਤੇ ਇੱਕ ਦਿਨ ਮੈਂ ਜਦੋਂ ਵੇਖਿਆ ਵੀ ਬਾਬਾ ਜੀ ਕਿਹੜੇ ਆ ਰਹੇ ਨੇ, ਵੀ ਇੱਕ ਨਿਹੰਗ ਸਿੰਘ ਨੀਲੇ ਬਾਣੇ ਦੇ ਵਿੱਚ ਘੋੜੇ ਦੇ ਉੱਤੇ ਸਵਾਰ ਤੇ ਹੱਥ ਦੇ ਵਿੱਚ ਉਹਨਾਂ ਨੇ ਨੇਜਾ ਫੜਿਆ ਹੋਇਆ। ਸਾਰੇ ਬੱਚੇ ਲਾਈਨ ਦੇ ਵਿੱਚ ਲੱਗ ਗਏ ਬਾਬਾ ਜੀ ਨੂੰ ਫਤਿਹ ਬੁਲਾਉਣ ਦੇ ਲਈ। ਕਹਿੰਦੇ ਪਿੱਛੇ ਮੈਂ ਵੀ ਲੱਗ ਗਿਆ, ਜਿੱਧਰ ਨੂੰ ਬਾਬਾ ਜੀ ਆ ਰਹੇ ਸੀ ਉਧਰ ਨੂੰ ਮੂੰਹ ਕਰਕੇ ਮੈਂ ਵੀ ਖੜਾ ਹੋ ਗਿਆ। ਸਾਰਿਆਂ ਨੇ ਫਤਿਹ ਬੁਲਾਈ। ਕਹਿੰਦੇ ਜਦੋਂ ਮੇਰੇ ਲਾਗੇ ਆਏ ਤੇ ਮੈਨੂੰ ਆਂਦੇ ਵੀ ਤੂੰ ਕਿੰਨਾ ਦਾ ਮੁੰਡਾ, ਤੂੰ ਕਿੰਨਾ ਦਾ ਬੱਚਾ? ਤੂੰ ਦੱਸਿਆ ਵੀ ਕਹਿੰਦੇ ਵੀ ਮੈਂ ਜੀ ਇਹਨਾਂ ਦਾ ਬੱਚਾ। ਵੈਸੇ ਉਹਨਾਂ ਦਾ ਲਿਖਿਆ ਵੀ ਕਹਿੰਦਾ ਜੀ ਮੈਂ ਤੇ ਬਾਣੀਆਂ ਦਾ ਬੱਚਾ। ਤੂੰ ਕਹਿੰਦੇ ਵੀ ਇੱਥੇ ਰੋਜ਼ ਆਉਣਾ ਹੁੰਦਾ? ਕਹਿੰਦਾ ਹਾਂਜੀ ਮੈਂ ਪੜ੍ਹਨ ਆਉਣਾ। ਤੇ ਕਹਿੰਦੇ ਫਿਰ ਸੁਣਾ ਕੀ ਪੜ੍ਹਿਆ? ਕਹਿੰਦਾ ਜੇ ਤੁਸੀਂ ਕੋਈ ਲੈਸਨ ਹੀ ਨਹੀਂ ਦਿੱਤਾ, ਲੈਸਨ ਦਓਗੇ, ਸੰਥਿਆ ਦਓਗੇ ਤੇ ਮੈਂ ਉਹਨੂੰ ਯਾਦ ਕਰਾਂਗਾ, ਫਿਰ ਮੈਂ ਤੁਹਾਨੂੰ ਸੁਣਾ ਦਾਂਗਾ। ਉਹ ਕਹਿੰਦੇ ਵੀ ਠੀਕ ਹੈ। ਉਹਨੇ ਸਾਰੇ ਬੱਚਿਆਂ ਨੂੰ ਕਹਿਤਾ ਵੀ ਪਰੇ ਹੋ ਜਾਓ। ਸਾਰੇ ਬੱਚੇ ਪਰੇ ਹੋ ਗਏ। ਘੋੜੇ 'ਤੇ ਸਵਾਰ ਸੀ। ਕਹਿੰਦੇ ਉਹਨੇ ਆਪਣਾ ਨੇਜਾ ਥੱਲੇ ਕੀਤਾ ਤੇ ਨੇਜੇ ਦੇ ਨਾਲ ਉਹਨੇ ਜ਼ਮੀਨ ਦੇ ਉੱਤੇ ਨਾ ਇੱਕ ਓੰਕਾਰ ਵਾਹ ਦਿੱਤਾ, ਇੱਕ ਓੰਕਾਰ ਲਿਖ ਦਿੱਤਾ। ਤੇ ਕਹਿੰਦੇ ਮੈਨੂੰ ਕਹਿੰਦੇ ਪੜ੍ਹ ਵੀ ਆਹ ਤੇਰਾ ਪਹਿਲਾ ਸਬਕ ਹੈ, ਇੱਕ ਓੰਕਾਰ ਪੜ੍ਹ। ਕਹਿੰਦੇ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਤੇ ਇੱਕ ਓੰਕਾਰ ਪੜ੍ਹਿਆ, ਬਲਵੰਤ ਗਾਰਗੀ। ਤੋ ਲਿਖਦੇ ਨੇ ਵੀ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਆ ਇੱਕ ਓੰਕਾਰ ਹੈ। ਬਾਕੀ ਜੋ ਕੁਝ ਮੈਂ ਪੜ੍ਹਿਆ ਸਾਰਾ ਇਹਦੇ ਵਿੱਚ ਪੜ੍ਹਿਆ ਹੈ।
ਇੱਕ ਓੰਕਾਰ ਬਸ ਇਦਾਂ ਦਾ ਹੈ ਜਿਹੜੀ ਮੇਰੀ ਜ਼ਿੰਦਗੀ ਦਾ ਸਮਝ ਲਓ ਵੀ ਪਹਿਲਾ ਲੈਸਨ ਹੈ। ਬਾਕੀ ਨਾਟਕਕਾਰ ਬੜੇ ਕਮਾਲ ਦੇ, ਉਹਦੀਆਂ ਲਿਖਤਾਂ ਪੜ੍ਹੋਗੇ ਤੇ ਕਿੰਨਾ ਕੁਝ ਉਹਨੇ ਲਿਖ ਛੱਡਿਆ, ਪਰ ਕਹਿੰਦਾ ਸਾਰਾ ਕੁਝ ਇਸ ਇੱਕ ਓੰਕਾਰ ਦੇ ਦੁਆਲੇ ਘੁੰਮਦਾ। ਹੁਣ ਸਾਡੀ ਸਮਝ ਹੋਣੀ ਚਾਹੀਦੀ ਹੈ ਵੀ ਜਿੰਨੇ ਮਰਜ਼ੀ ਪੜ੍ਹ ਜਾਈਏ ਅਸੀਂ, ਡਿਗਰੀਆਂ ਦਾ ਘਾਟਾ ਨਾ ਹੋਵੇ, ਪਰ ਸਾਡੀ ਪੜ੍ਹਾਈ ਇਸ ਇੱਕ ਓੰਕਾਰ ਦੇ ਦਾਇਰੇ ਦੇ ਵਿੱਚੋਂ ਬਾਹਰ ਨਹੀਂ ਜਾਣੀ ਚਾਹੀਦੀ ਵੀ ਜਿਹੜਾ ਗੁਰੂ ਨਾਨਕ ਸਾਡੇ ਉੱਤੇ ਬਖਸ਼ਿਸ਼ ਕਰਕੇ ਗਿਆ ਹੈ, ਮੈਂ ਇਸ ਇੱਕ ਓੰਕਾਰ ਨੂੰ ਕੀ ਸਮਝਦਾ ਹਾਂ ਜ਼ਿੰਦਗੀ ਦੇ ਵਿੱਚ। ਮੇਰੀ ਪੜ੍ਹਾਈ ਦਾ ਦਾਇਰਾ ਕਿਤੇ ਇਸ ਇੱਕ ਓੰਕਾਰ ਤੋਂ ਬਾਹਰ ਤਾਂ ਨਹੀਂ ਜਾਈ ਜਾ ਰਿਹਾ। ਗਿਆਨੀਆਂ ਦੀ ਘਾਟ ਨਹੀਂ ਹੈ ਦੁਨੀਆ ਦੇ ਵਿੱਚ, ਗੱਲ ਤੇ ਪਿਆਰ ਵਾਲੇ ਬੰਦਿਆਂ ਦੀ ਹੈ। ਤੇ ਉਹ ਕਹਿੰਦੇ ਨੇ ਵੀ ਮੈਂ ਇੱਕ ਗੱਲ ਨੂੰ ਵੇਖਦਾ ਹਾਂ, ਮੇਰੀ ਜ਼ਿੰਦਗੀ ਦੇ ਵਿੱਚੋਂ ਉਹ ਨਿਹੰਗ ਸਿੰਘ ਕਦੀ ਭੁੱਲਿਆ ਹੀ ਨਹੀਂ। ਭੁੱਲਣਾ ਤਾਂ ਕਹਿੰਦੇ ਦੂਰ ਦੀ ਗੱਲ, ਕਦੀ ਧੁੰਦਲਾ ਵੀ ਨਹੀਂ ਹੋਇਆ ਵੀ ਮੈਨੂੰ ਉਹ ਚੇਤੇ ਭੁੱਲ ਜਾਵੇ ਵੀ ਇੱਦਾਂ ਦਾ ਹੋਵੇਗਾ। ਮੈਨੂੰ ਅਜੇ ਵੀ ਉੱਦਾਂ ਯਾਦ ਹੈ। ਤੇ ਮੈਨੂੰ ਇੰਝ ਲੱਗਦਾ ਹੈ ਵੀ ਜਦੋਂ ਵੀ ਜਿੱਦਾਂ ਉਹ ਘੋੜੇ ਦੇ ਉੱਤੇ ਸਵਾਰ ਹੋ ਕੇ ਆਇਆ ਸੀ ਨਾ, ਇੱਦਾਂ ਹੀ ਬਸ ਕਹਿੰਦੇ ਵੀ ਨੀਲੇ ਬਾਣੇ ਵਾਲਾ ਆਉਂਦਾ ਹੈ ਤੇ ਉਹ ਜ਼ਮੀਨ ਦੇ ਉੱਤੇ ਇੱਕ ਓੰਕਾਰ ਲਿਖਦਾ। ਇਹ ਇੱਕ ਓੰਕਾਰ ਜਿਹੜਾ ਨਾ ਉਹ ਵਰਕਿਆਂ ਤੇ ਨਹੀਂ ਲਿਖਿਆ ਜਾਂਦਾ। ਇਹਦਾ ਮਤਲਬ ਇਹ ਨਹੀਂ ਵੀ ਲਿਖਣਾ ਨਹੀਂ ਚਾਹੀਦਾ, ਇਹਦਾ ਮਤਲਬ ਸਿਰਫ ਇਹ ਹੈ ਵੀ ਉਹ ਕਹਿੰਦਾ ਵੀ ਇਹ ਜਿਹੜਾ ਇੱਕ ਓੰਕਾਰ ਗੁਰੂ ਨਾਨਕ ਦਾ ਸਬਕ ਹੈ ਨਾ, ਇਹ ਜ਼ਮੀਨ ਤੇ ਲਿਖਿਆ ਜਾਵੇਗਾ ਤੇ ਸਾਰੀ ਦੁਨੀਆ ਇਹਨੂੰ ਮੱਥਾ ਟੇਕੇਗੀ। ਸਾਰੀ ਦੁਨੀਆ ਲਈ ਲੈਸਨ ਇਹੋ ਹੀ ਹੈ। ਸਾਰੀ ਦੁਨੀਆ ਲਈ ਆ ਪਹਿਲਾ ਲੈਸਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਔਰ ਸਭ ਤੋਂ ਇੰਪੋਰਟੈਂਟ ਲੈਸਨ ਜਿਹਨੂੰ ਇੱਕ ਓੰਕਾਰ ਦੇ ਵਿੱਚ ਮਹਾਰਾਜ ਨੇ ਬੰਨ੍ਹ ਕੇ ਰੱਖ ਦਿੱਤਾ ਹੈ। ਤੇ ਕਹਿੰਦੇ ਬਸ ਇਹੋ ਹੀ ਹੈ ਦੁਨੀਆ ਲਈ ਪਹਿਲਾ ਤੇ ਆਖਰੀ ਜਿਹੜਾ ਉਪਦੇਸ਼ ਤੇ ਪਹਿਲਾ ਤੇ ਆਖਰੀ ਲੈਸਨ ਜਿਹੜਾ ਹੈ ਨਾ, ਆ ਇੱਕ ਓੰਕਾਰ ਹੋਵੇਗਾ। ਸਾਰੀ ਦੁਨੀਆ ਨੂੰ ਮੱਥਾ ਟੇਕਣਾ ਚਾਹੀਦਾ ਹੈ। ਹੁਣ ਇਹਨੂੰ ਸੋਚ ਕੇ ਵੇਖੋ। ਤੇ ਵੈਸੇ ਬੋਲਦੇ ਨੇ ਵੀ ਬਲਵੰਤ ਗਾਰਗੀ ਨਾ ਤੇ ਸਿੱਖ ਸੀ ਤੇ ਨਾ ਕਦੀ ਉਹਨੇ ਦਾਅਵਾ ਕੀਤਾ ਸੀ ਵੀ ਮੈਂ ਸਿੱਖ ਹਾਂ, ਪਰ ਉਹ ਇੱਕ ਓੰਕਾਰ ਦੇ ਇੰਨਾ ਨੇੜੇ ਸੀ। ਜ਼ਿੰਦਗੀਆਂ ਨਿਕਲ ਜਾਂਦੀਆਂ ਨੇ ਇੱਕ ਓੰਕਾਰ ਪੜ੍ਹਦਿਆਂ ਨੂੰ, ਕਦੀ ਅਸੀਂ ਐਡੇ ਪਿਆਰ ਦੇ ਵਿੱਚ ਪੜ੍ਹ ਵੀ ਨਹੀਂ ਪਾਉਂਦੇ ਵੀ ਇੱਕ ਓੰਕਾਰ ਕੀ ਹੈ। ਮੈਂ ਤੇ ਇਹਨੂੰ ਇੱਦਾਂ ਸਮਝਦਾ ਹੁੰਦਾ ਵੀ ਬਾਕੀ ਗੱਲਾਂ ਤੇ ਬਾਅਦ ਦੇ ਵਿੱਚ ਨੇ, ਇੱਕ ਓੰਕਾਰ ਦੇ ਵਿੱਚ ਹੀ ਇੰਨਾ ਸਕੂਨ ਹੈ ਵੀ ਪੂਰੀ ਦੁਨੀਆ ਇਹਦੇ ਵਿੱਚ ਸਮਾਈ ਹੋਈ ਹੈ। ਕਿ ਮੈਂ ਇਸ ਇੱਕ ਓੰਕਾਰ ਨੂੰ ਐਡਾ ਵੱਡਾ ਮੰਨਦਾ ਹਾਂ, ਕਿ ਮੈਂ ਇਸ ਇੱਕ ਓੰਕਾਰ ਨੂੰ ਇੰਨੀ ਪਵਿੱਤਰਤਾ ਦੇ ਨਾਲ ਬੋਲਦਾ ਹਾਂ ਵੀ ਮੈਨੂੰ ਲੱਗਦਾ ਵੀ ਸਾਰੀ ਦੁਨੀਆ ਦਾ ਜਾਂ ਗੁਰੂ ਨਾਨਕ ਸਾਹਿਬ ਦਾ ਪਹਿਲਾ ਮੈਸੇਜ ਹੈ, ਕਿਤੇ ਪਹਿਲਾ ਬੋਲ ਹੋਵੇ ਤੇ ਮੈਂ ਉਹਨੂੰ ਕਿਹੜੇ ਰੂਪ ਦੇ ਵਿੱਚ ਜਪਦਾ। ਬਹੁਤੇ ਬੰਦਿਆਂ ਦੀ, ਤੇ ਮਾਫ ਕਰਨਾ, ਪ੍ਰੋਨੰਸੀਏਸ਼ਨ ਹੀ ਨਹੀਂ ਸਹੀ ਹੁੰਦੀ ਵੀ ਇੱਕ ਓੰਕਾਰ ਬੋਲਣਾ ਕਿੱਦਾਂ ਹੈ, ਉਹਨੂੰ ਹੋਰ ਹੀ ਕੁਝ ਬੋਲੀ ਜਾਂਦੇ ਨੇ। ਕਾਰਨ ਕੀ ਹੈ ਕਿ ਸਿੱਖਿਆ ਹੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲਾ ਮੈਸੇਜ ਹੋਵੇ, ਅਸੀਂ ਕਿਸੇ ਨਾਲ ਫੋਨ ਤੇ ਹੈਲੋ ਕਰਦੇ ਹਾਂ ਨਾ, ਤੇ ਵੇਖੋ ਕਿੱਡੇ ਅਦਬ ਦੇ ਨਾਲ ਬੋਲਦੇ ਹਾਂ। ਭਾਵੇਂ ਸਾਨੂੰ ਪਤਾ ਹੋਵੇ ਵੀ ਸਾਨੂੰ ਜਾਣਦੇ ਹਾਂ ਜਾਂ ਨਹੀਂ ਜਾਣਦੇ, ਫਿਰ ਵੀ ਕਿੱਡੇ ਅਦਬ ਦੇ ਨਾਲ ਬੋਲਦੇ ਹਾਂ, ਕਿਉਂਕਿ ਪਹਿਲੀ ਵਾਰ ਗੱਲ ਕਰਨੀ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰ ਮਿਲਣਾ ਹੈ ਤੇ ਇੱਕ ਓੰਕਾਰ ਲਫ਼ਜ਼ ਸਾਡਾ ਇਦਾਂ ਦਾ ਹੋਣਾ ਚਾਹੀਦਾ ਵੀ ਬਾਕੀ ਸਾਰੀ ਸਾਧਨਾ ਤੇ ਬਾਅਦ ਦੀਆਂ ਗੱਲਾਂ ਨੇ, ਇਹ ਇੱਕ ਓੰਕਾਰ ਲਫ਼ਜ਼ ਏਡਾ ਵੱਡਾ ਹੈ ਜਿਹਦੇ ਵਿੱਚ ਪੂਰੀ ਕਾਇਨਾਤ ਸਮਾਈ ਹੈ। ਔਰ ਇੰਨੀ ਪਵਿੱਤਰਤਾ ਦੇ ਨਾਲ ਇਸ ਲਫ਼ਜ਼ ਨੂੰ ਬੋਲਣਾ। ਮੈਂ ਇਹ ਕਹਿ ਦੇਵਾਂ ਤੇ ਅਗਲੀ ਗੱਲ ਕਰਾਂਗਾ। 3 ਸ਼ਬਦ ਨੇ ਸਾਡੀ ਜ਼ਿੰਦਗੀ, ਔਰ ਖਾਸ ਕਰਕੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜੇ ਹੋਏ ਹਾਂ, ਇਹ 3 ਸ਼ਬਦ ਨੇ ਜਿਨ੍ਹਾਂ ਦੇ ਦੁਆਲੇ ਸਾਡੀ ਸੁਰਤ ਤੇ ਸਾਡੀ ਜਿਹੜੀ ਖਿਆਲ ਦੀ ਉਡਾਰੀ ਹੈ ਨਾ, ਉਹ ਰਹਿਣੀ ਚਾਹੀਦੀ ਹੈ। ਔਰ ਇੱਦਾਂ ਦੀ ਰਹਿਣੀ ਚਾਹੀਦੀ ਹੈ ਵੀ ਇਹ 3 ਸ਼ਬਦ ਜਦੋਂ ਮੇਰੇ ਕੰਨ ਦੇ ਵਿੱਚ ਆਉਣ, ਮੇਰੇ ਮਨ ਦੇ ਵਿੱਚ ਆਉਣ, ਤੇ ਮੈਨੂੰ ਸੁਣਦਿਆਂ ਹੀ ਬਸ ਇੱਕ ਸਕੂਨ ਮਿਲਣਾ ਚਾਹੀਦਾ ਹੈ। ਉਹ 3 ਸ਼ਬਦਾਂ ਦੇ ਵਿੱਚੋਂ ਪਹਿਲਾ ਸ਼ਬਦ ਤੇ ਇੱਕ ਓੰਕਾਰ ਹੈ, ਦੂਜਾ ਸ਼ਬਦ ਗੁਰੂ ਨਾਨਕ ਸਾਹਿਬ ਹੈ, ਤੇ ਤੀਜਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਤੇ ਮੈਂ ਇੱਦਾਂ ਸਮਝਦਾ ਹੁੰਦਾ, ਇਹ ਨਹੀਂ ਕਿ ਬਾਕੀ ਗੁਰੂ ਸਾਹਿਬਾਨ ਪਿੱਛੇ ਨੇ, ਪਰ ਇਹ 3 ਸ਼ਬਦ ਇੱਦਾਂ ਦੇ ਨੇ, ਜੇਕਰ ਸੁਣ ਕੇ ਕੁਝ ਅੰਦਰ ਫੀਲ ਨਹੀਂ ਨਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੁਝ ਨੇੜੇ ਹੋ ਸਕਦੇ ਹਾਂ। ਨਾਨਕ ਸ਼ਬਦ ਹੀ ਏਡਾ ਕਮਾਲ ਹੈ, ਗੋਬਿੰਦ ਸ਼ਬਦ ਹੀ ਏਡਾ ਕਮਾਲ ਹੈ। ਮਾਫ ਕਰ ਦਿਓ ਮੈਂ ਕੱਲੇ ਕੱਲੇ ਨਾਮ ਵਰਤੇ ਨੇ, ਪਰ ਇਹ ਇੱਦਾਂ ਹੈ ਵੀ ਇਸ ਇੱਕ ਓੰਕਾਰ ਨੂੰ ਸੁਣਿਆ, ਬਾਕੀ ਕੁਝ ਸੁਣਨ ਦੀ ਹੁਣ ਹਿੰਮਤ ਹੀ ਨਹੀਂ ਹੈ ਵੀ ਬਸ ਇਹੋ ਹੀ ਸੁਣ ਲਿਆ ਤੇ ਮੇਰੇ ਲਈ ਇਨਫ ਹੈ। ਮੈਂ ਨਾਨਕ ਸ਼ਬਦ ਸੁਣ ਲਿਆ ਹੈ ਤੇ ਮੇਰੇ ਲਈ ਇਨਫ ਹੈ। ਕੋਈ ਇੱਦਾਂ ਦਾ ਬੰਦਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਤਿਕਾਰ ਨਾ ਕਰਦਾ ਹੋਵੇ, ਉਹ ਨਾਨਕ ਸ਼ਬਦ ਕਵੇ ਨਾ, ਤੇ ਬੜਾ ਬੁਰਾ ਜਿਹਾ ਲੱਗਦਾ। ਮੈਂ ਅੱਜ ਵਰਤਦਾ ਪਿਆ ਹਾਂ, ਮਾਫ ਕਰ ਦਿਓ, ਮੈਂ ਕਦੀ ਵਰਤਦਾ ਨਹੀਂ ਹਾਂ। ਕੱਲਾ ਇਹ ਸ਼ਬਦ ਸਮਝਾਉਣ ਦੀ ਖਾਤਰ ਵਰਤਣਾ ਪੈਂਦਾ। ਅਦਬ ਵਾਲਾ ਬੰਦਾ ਇਕੱਲਾ ਸ਼ਬਦ ਵੀ ਵਰਤੇਗਾ ਨਾ ਤੇ ਠੀਕ ਹੈ, ਬੜਾ ਸੋਹਣਾ ਲੱਗੇਗਾ। ਬੇਅਦਬ ਬੰਦਾ ਇਕੱਲਾ ਸ਼ਬਦ ਵਰਤੇਗਾ ਤੇ ਬੁਰਾ ਲੱਗੇਗਾ। ਕਿਉਂ? ਕਿਉਂਕਿ ਉਹਦੇ ਆਪਣੇ ਅੰਦਰ ਦਾ ਸੁਭਾਅ ਇਸ ਨਾਨਕ ਸ਼ਬਦ ਦੇ ਨਾਲ ਨਿਕਲਦਾ ਪਿਆ ਹੈ ਵੀ ਕਿਹੜੇ ਰੂਪ ਦੇ ਵਿੱਚ ਇਸ ਗੱਲ ਨੂੰ ਕਹਿੰਦਾ ਹੈ। ਇਸ ਕਰਕੇ ਇਹਨਾਂ 3 ਸ਼ਬਦਾਂ ਦੀ ਇੰਪੋਰਟੈਂਸ ਆਪਣੀ ਜ਼ਿੰਦਗੀ ਦੇ ਵਿੱਚ ਸਮਝ ਲਓ। ਮਹਾਰਾਜ ਪਿਆਰ ਦੇਵੇ, ਇਹ 3 ਸ਼ਬਦ ਸਾਡੇ ਅਧਿਆਤਮ ਦੇ, ਸਾਡੇ ਰੂਹਾਨੀ ਜੀਵਨ ਦੇ ਇਹ ਸਭ ਤੋਂ ਉਤਲੇ ਸ਼ਬਦ ਨੇ, ਔਰ ਸਾਡੇ ਬੱਚਿਆਂ ਦੇ ਕੰਨਾਂ ਦੇ ਵਿੱਚ ਇਹ ਸ਼ਬਦ ਗੂੰਜਣੇ ਚਾਹੀਦੇ ਨੇ ਤਾਂ ਕਿ ਇਹ ਸ਼ਬਦ ਕਦੀ ਬਏ ਨਾ ਲੱਗਣ ਸਾਨੂੰ।
ਇਹ ਸ਼ਬਦ ਸਾਨੂੰ ਕਦੀ ਸਿਰਫ ਲਿਖੇ ਹੋਏ ਨਾ ਨਜ਼ਰ ਆਉਣ ਵੀ ਇੱਕ ਓੰਕਾਰ 4 ਅੱਖਰਾਂ ਦਾ ਮੇਲ ਹੈ, ਨਾਨਕ 3 ਦਾ ਤੇ ਗੋਬਿੰਦ ਵੀ 3 ਦਾ, ਤੇ ਬਸ ਲਿਖੇ ਹੋਏ 3 ਅੱਖਰ ਨੇ। ਇਦਾਂ ਨਹੀਂ ਹੋਣੇ ਚਾਹੀਦੇ। ਇਹਨਾਂ ਦੇ ਵਿੱਚ ਕਾਇਨਾਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਸਾਡੇ ਇੱਕ ਏਕਾ ਲਿਖ ਦਿੱਤਾ ਹੈ। ਓੰਕਾਰ ਦੀ ਗੱਲ ਬਾਅਦ ਦੇ ਵਿੱਚ ਆਵੇਗੀ। ਏਕਾ ਏਕੰਕਾਰ ਲਿਖ ਦਿਖਾ ਲਿਆ, ਸਾਨੂੰ ਲਿਖ ਕੇ ਤੇ ਦਰਸਾ ਦਿੱਤਾ ਹੈ ਵੀ ਭਾਈ ਤੁਹਾਡੀ ਜ਼ਿੰਦਗੀ ਇਸ ਏਕੇ ਦੇ ਵਿੱਚ ਹੈ। ਤੁਹਾਡੀ ਜ਼ਿੰਦਗੀ ਦਾ ਪਹਿਲਾ ਆਖਰੀ ਸ਼ਬਦ ਆ ਸਬਕ ਜਿਹੜਾ ਹੈ, ਲੈਸਨ ਜਿਹੜਾ ਹੈ, ਉਹ ਆ ਏਕਾ ਹੈ। ਤੁਸੀਂ ਇੱਕ ਦੇ ਕਿੰਨਾ ਨੇੜੇ ਹੋ ਸਕਦੇ ਜੀ, ਕਿਉਂਕਿ ਤੁਸੀਂ ਇੱਕ ਤੋਂ ਨਿਕਲੇ ਹੋਏ ਹੋ। ਵਾਪਸ ਉਸ ਇੱਕ ਤੱਕ ਕਿੰਨਾ ਸਮਾ ਸਕਦੇ ਹੋ, ਇਹ ਤੁਹਾਨੂੰ ਲਿਖ ਕੇ ਦਿਖਾ ਦਿੱਤਾ ਹੈ ਕਿ ਭਾਈ ਆ ਤੁਹਾਡੀ ਜ਼ਿੰਦਗੀ ਦਾ ਪਹਿਲਾ ਲੈਸਨ ਆ ਗਿਆ ਹੈ। ਏਕਾ ਏਕੰਕਾਰ ਲਿਖ ਦਿਖਾ ਲਿਆ। ਤੇ ਇਸ ਏਕੇ ਦੇ ਨਾਲ ਕੀ ਆ ਗਿਆ? ਊੜਾ ਓੰਕਾਰ ਪਾਸ ਬਹਾਲਿਆ। ਇਹਨੂੰ ਓੰਕਾਰ ਵੀ ਨਹੀਂ ਪੜ੍ਹਨਾ, ਇਹਨੂੰ ਓੰਕਾਰ ਵੀ ਨਹੀਂ ਪੜ੍ਹਨਾ, ਇਹਨੂੰ ਇਕੱਠਾ ਪੜ੍ਹਨਾ ਹੈ। ਇਹ 4 ਸ਼ਬਦ ਨੇ। ਓਮ ਵੀ ਨਹੀਂ ਪੜ੍ਹਨਾ। ਓੰਗ ਬੋਲਦੇ ਹਾਂ, ਸਾਡੇ ਜਦੋਂ ਅਸੀਂ ਟਿੱਪੀ ਬੋਲਦੇ ਹਾਂ ਤੇ ਸਾਡਾ ਜਿਹੜੇ ਬੁੱਲ ਨੇ ਉਹ ਬੰਦ ਨਹੀਂ ਹੋਣੇ ਚਾਹੀਦੇ। ਓਮ ਨਹੀਂ ਹੈ ਇਹ ਸ਼ਬਦ, ਇਹ ਓੰਗ ਸ਼ਬਦ ਹੈ। ਵੱਖਰੇ ਤੌਰ ਦੇ ਉੱਤੇ ਕਲਾਸ ਲਗਾਵਾਂਗੇ ਤੇ ਪ੍ਰੋਨੰਸੀਏਸ਼ਨ ਸਿੱਖ ਸਕਦੇ ਹਾਂ ਅਸੀਂ, ਕਿਉਂਕਿ ਇਹ ਪ੍ਰੋਨੰਸੀਏਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ngੰਗੇ ਦੇ ਨਾਲ ਤੇ ਨੰਨੇ ਦੇ ਨਾਲ ਸੰਬੰਧਿਤ ਗੱਲ ਰੱਖਦਾ ਹੈ। ਇਸ ਕਰਕੇ ਓੰਕਾਰ ਦਾ ਉਚਾਰਨ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ ਹੈ, ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ। ਇਹ ਵੀ ਮੈਂ ਆਪ ਜੀ ਦੇ ਅੱਗੇ ਰੱਖਦੇ ਹਾਂ, ਕਿਉਂਕਿ ਜਿਹੜੇ ਇਲਾਕਿਆਂ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਹਾਂ, ਉਹਨਾਂ ਇਲਾਕਿਆਂ ਦਾ ਸਾਡੇ ਉੱਤੇ ਬੜਾ ਪ੍ਰਭਾਵ ਪੈ ਜਾਂਦਾ ਹੈ। ਅਸੀਂ ਤਾਂ ਚਲੋ ਕਿਉਂਕਿ ਪੰਜਾਬ 'ਚ ਵੱਡੇ ਹੋਏ ਹਾਂ ਤੇ ਇਹ ਸ਼ਬਦ ਤੇ ਹਵਾ ਦੇ ਵਿੱਚ ਘੁੰਮਦੇ ਨੇ। ਇਸ ਕਰਕੇ ਸਾਨੂੰ ਸਿੱਖਣੇ ਨਾ ਵੀ ਪੈਣ ਤੇ ਸਿੱਖਣ ਤੋਂ ਬਿਨਾਂ ਵੀ ਸਾਡੀ ਪ੍ਰੋਨੰਸੀਏਸ਼ਨ ਦੇ ਵਿੱਚ ਆ ਜਾਂਦੇ ਨੇ। ਇਹ ਨਹੀਂ ਵੀ ਸਿੱਖਣਾ ਨਹੀਂ ਚਾਹੀਦਾ, ਘਰਾਂ ਦੇ ਵਿੱਚ ਹੁੰਦਾ ਸੀ ਇਸ ਕਰਕੇ ਸਿੱਖ ਲਿਆ, ਘਰਾਂ 'ਚ ਨਾ ਕਰਦਾ ਤੇ ਸ਼ਾਇਦ ਸਾਨੂੰ ਵੀ ਸਿੱਖਣਾ ਪੈਂਦਾ। ਇੱਥੇ ਥੋੜ੍ਹਾ ਜਿਹਾ ਕਿਉਂਕਿ ਹਿੰਦੀ ਬੋਲੀ ਦਾ ਪ੍ਰਭਾਵ ਜ਼ਿਆਦਾ ਹੈ, ਇਸ ਕਰਕੇ ਬੜੇ ਲਫ਼ਜ਼ ਖਤਮ ਹੋ ਜਾਂਦੇ ਨੇ। ਇਹਨੂੰ ਸਮਝਿਓ, ਇਹ ਲਫ਼ਜ਼ ਸਾਡੀ ਜੇਕਰ ਪੰਜਾਬੀ ਦੇ 35 ਅੱਖਰ ਨੇ ਗੁਰਮੁਖੀ ਲਿਪੀ ਦੇ, ਸਾਊਂਡ 41 41 ਨੇ, ਅੱਖਰ 35 ਨੇ। ਆਰਾਮ ਦੇ ਨਾਲ ਬਹਿ ਕੇ ਸੋਚਿਓ ਵੀ ਮੇਰਾ ਪੰਜਾਬੀ ਪਰਿਵਾਰ ਦੇ ਨਾਲ ਸੰਬੰਧ ਹੈ ਤੇ ਮੇਰੀ ਜ਼ੁਬਾਨ ਤੋਂ ਉਹ 35 ਸਾਊਂਡ ਨਿਕਲਦੇ ਨੇ, 35 ਅੱਖਰ ਨਿਕਲਦੇ ਨੇ। ਅੰਗਰੇਜ਼ੀ ਦੇ 26 ਨੇ, ਤੁਹਾਨੂੰ ਪਤਾ ਹੋਵੇਗਾ। ਉਹ ਮੇਰੀ ਜ਼ੁਬਾਨ ਦੇ ਵਿੱਚੋਂ ਉਹ 35 ਸ਼ਬਦ ਨਿਕਲਦੇ ਨੇ, ਤੇ ਜੇ ਤੇ 35 ਨਿਕਲਦੇ ਨੇ ਤੇ ਕਰੈਕਟ ਨਿਕਲਦੇ ਨੇ ਫਿਰ ਤੇ ਬੜੀ ਵਧੀਆ ਗੱਲ ਹੈ, ਤੇ ਜੇ ਨਹੀਂ ਨਿਕਲਦੇ ਤੇ ਫਿਰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਕਿਸੇ ਦੇ ਕੋਲੋਂ ਸਿੱਖਣੀ ਚਾਹੀਦੀ ਹੈ, ਕਿਉਂਕਿ ਮੇਰੀ ਆਪਣੀ ਬੋਲੀ ਹੈ। ਮੈਨੂੰ ਆਪਣੀ ਬੋਲੀ ਦੇ ਅੱਖਰ ਨਹੀਂ ਪ੍ਰੋਨੰਸੀਏਸ਼ਨ ਦੇ ਵਿੱਚ ਆਉਂਦੇ, ਆਪਣੀ ਬੋਲੀ ਦਾ ਉਚਾਰਨ ਹੀ ਨਹੀਂ ਆਉਂਦਾ। ਇਹ 35 ਦਾ ਉਚਾਰਨ ਨਹੀਂ ਆਵੇਗਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਨਹੀਂ ਕਰ ਪਾਵਾਂਗਾ, ਮੈਂ ਗਲਤ ਉਚਾਰਨ ਕਰਾਂਗਾ। ਬਹੁਤੇ ਸਾਨੂੰ ਆਉਂਦੇ ਹੁੰਦੇ ਨੇ ਪਰ ਕੁਝ ਨਹੀਂ ਆਉਂਦੇ। ਊੜਾ ਓੰਕਾਰ ਪਾਸ ਬਹਾਲਿਆ, ਇਸ ਏਕੇ ਦੇ ਲਾਗੇ, ਇੱਕ ਦੇ ਲਾਗੇ ਮਹਾਰਾਜ ਜੀ ਨੇ ਓੰਕਾਰ ਬਿਠਾ ਦਿੱਤਾ ਹੈ, ਮਤਲਬ ਟਿਕਾ ਦਿੱਤਾ ਹੈ। ਇੱਕ ਓੰਕਾਰ, ਓੰਕਾਰ ਸ਼ਬਦ ਵੇਖੋ 4 ਸ਼ਬਦ ਨੇ, ਊੜਾ, ਐੜਾ, ਕੱਕਾ ਤੇ ਰਾਰਾ। ਇਹ 4 ਸ਼ਬਦ ਨੇ, ਕਿਉਂਕਿ ਅੱਗੇ ਗੱਲ ਆਉਣੀ ਹੈ। ਇਹ ਮਹਾਰਾਜ ਨੇ ਇੱਕ ਦੇ ਲਾਗੇ ਬਿਠਾ ਦਿੱਤਾ ਹੈ। ਇੱਥੇ ਹੁਣ ਓੰਕਾਰ ਲਿਖਿਆ ਆਇਆ ਹੈ, ਪਰ ਜੋ ਅਸੀਂ ਮੂਲ ਮੰਤਰ ਦੇ ਵਿੱਚ ਦਰਸ਼ਨ ਕਰਦੇ ਹਾਂ ਉੱਥੇ ਇਕੱਲਾ ਊੜਾ ਆਉਂਦਾ ਹੈ। ਉੱਥੇ ਵੇਖੋ ਓੰਕਾਰ ਨੂੰ ਕਿੱਦਾਂ ਲਿਖਿਆ ਹੈ, ਊੜੇ ਨੂੰ ਖੋਲ ਦਿੱਤਾ ਗਿਆ ਹੈ ਤੇ ਇੱਕ ਕਾਰ ਜਿਹੜਾ ਹੈ ਉਹ ਲਾਈਨ ਦੇ ਨਾਲ ਲਕੀਰ ਕਰ ਦਿੱਤੀ ਗਈ ਹੈ, ਜਿਹੜੀ ਸੀ ਦੇ ਟਾਈਪ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ। ਉੱਥੇ ਲਿਖਿਆ ਨਹੀਂ ਗਿਆ ਓੰਕਾਰ ਜਿੱਦਾਂ ਤੁਹਾਡੇ ਸਾਹਮਣੇ ਆ ਰਿਹਾ, ਪਰ ਇੱਥੇ ਕੀ ਹੈ, ਇੱਥੇ ਓੰਕਾਰ ਲਿਖ ਦਿੱਤਾ। ਇਹ ਸਹੀ ਉਚਾਰਨ ਹੈ ਓੰਕਾਰ ਦਾ। ਊੜਾ ਓੰਕਾਰ ਪਾਸ ਬਹਾਲਿਆ। ਉਹਦੇ ਗੁਣ ਕਿਹੜੇ ਨੇ? ਸਤਨਾਮ। ਓੰਕਾਰ ਤੋਂ ਅੱਗੇ ਮੂਲ ਮੰਤਰ ਦੇ ਵਿੱਚ ਸ਼ਬਦ ਆਉਂਦਾ ਹੈ ਸਤਨਾਮ। ਸਤਨਾਮ ਕਰਤਾਰ, ਨਿਰਭਉ ਪਾਲਿਆ। ਕਰਤਾ ਪੁਰਖ ਅਗਲਾ ਲਫ਼ਜ਼ ਆਉਂਦਾ ਹੈ। ਕਰਤਾ ਦਾ ਮਤਲਬ ਹੈ ਕਰਨ ਵਾਲਾ, ਪੁਰਖ ਦਾ ਮਤਲਬ ਹੈ ਵਿਆਪਕ। ਸਾਰਿਆਂ ਨੂੰ ਜਿਹੜਾ ਮਾਲਕ ਕਰਨ ਵਾਲਾ ਹੈ ਉਹਦਾ ਅੱਗੇ ਜ਼ਿਕਰ ਮਹਾਰਾਜ ਨੇ ਲਿਖ ਦਿੱਤਾ। ਸਤਨਾਮ ਤੋਂ ਬਾਅਦ ਕਰਤਾ ਪੁਰਖ ਲਿਖਿਆ ਹੈ ਨਾ, ਉਹਨੂੰ ਕਰਤਾਰ ਇੱਥੇ ਬੋਲਿਆ ਹੈ। ਨਿਰਭਉ ਪਾਲਿਆ, ਕਰਤਾ ਪੁਰਖ ਦੇ ਅੱਗੇ ਨਿਰਭਉ। ਨਿਰਭਉ ਮਹਾਰਾਜ ਨੇ ਅਗਲਾ ਲਫ਼ਜ਼ ਲਿਖ ਦਿੱਤਾ। ਜੇ ਸਾਨੂੰ ਮੂਲ ਮੰਤਰ ਯਾਦ ਹੈ ਤੇ ਸਾਡੇ ਨਾਲ ਨਾਲ ਉਹ ਚੱਲੀ ਜਾਵੇਗਾ, ਧਿਆਨ ਸਾਨੂੰ ਪਤਾ ਲੱਗ ਜਾਵੇਗਾ। ਨਿਰਵੈਰੋਂ ਜੈਕਾਰ ਅਜੂਨ ਅਕਾਲਿਆ। ਨਿਰਭਉ ਤੋਂ ਅੱਗੇ ਨਿਰਵੈਰ ਸ਼ਬਦ ਆ ਗਿਆ, ਮਹਾਰਾਜ ਨੇ ਉਹ ਲਿਖ ਦਿੱਤਾ। ਇਹ ਰੱਬ ਦੇ ਗੁਣ ਨੇ। ਜਿੱਦਾਂ ਸਤਨਾਮ ਦਾ ਮਤਲਬ ਇਹ ਹੈ ਵੀ ਉਹਦਾ ਨਾਮ ਹਮੇਸ਼ਾ ਰਹਿਣ ਵਾਲਾ ਹੈ। ਕਰਤਾਰ ਕਰਤਾ ਪੁਰਖ ਹੈ। ਨਿਰਭਉ ਜਿਹੜਾ ਡਰ ਦੀ ਭਾਵਨਾ ਤੋਂ ਰਹਿਤ ਹੈ। ਫਿਰ ਨਿਰਵੈਰ ਜਿਹਦੇ ਵਿੱਚ ਵੈਰ ਦੀ ਭਾਵਨਾ ਨਹੀਂ ਹੈ। ਜੈਕਾਰ ਦਾ ਮਤਲਬ ਹੈ ਜਿਹਦੀ ਹਰ ਪਾਸੇ ਜੈਕਾਰ ਹੈ। ਅਜੂਨ ਅਕਾਲਿਆ। ਅਸੀਂ ਇੱਥੇ ਇੱਕ ਸ਼ਬਦ ਵੇਖੋ, ਅਕਾਲ ਮੂਰਤ ਸ਼ਬਦ ਜਿਹੜਾ ਇੱਥੇ ਆਉਣਾ ਹੈ
ਤੇ ਅੱਗੇ ਤੁਸੀਂ ਇਸ ਗੱਲ ਨੂੰ ਵੇਖੋਗੇ, ਅਕਾਲ ਸ਼ਬਦ ਤੇ ਕਿਉਂਕਿ ਪਿੱਛੇ ਆ ਗਿਆ ਹੈ, ਅਜੂਨ ਅਕਾਲਿਆ। ਫਿਰ ਸਹਿਭੰਗ ਦਾ ਸ਼ਬਦ ਹੈ, ਗੁਰਪ੍ਰਸਾਦ ਦਾ ਸ਼ਬਦ ਹੈ, ਉਹ ਇੱਥੇ ਨਹੀਂ ਆਵੇਗਾ। ਉਹਨੂੰ ਅਸੀਂ ਗੂੜ ਭਾਵ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਵੇਖੋ, ਨਿਰਵੈਰੋਂ ਜੈਕਾਰ ਅਜੂਨ ਅਕਾਲਿਆ। ਅਜੂਨੀ ਸ਼ਬਦ ਜਿਹੜਾ ਜੂਨਾਂ ਦੇ ਵਿੱਚ ਮਾਲਕ ਨਹੀਂ ਆਉਂਦਾ, ਵੀ ਅਸੀਂ ਕਹਿ ਦਈਏ ਵੀ ਰੱਬ ਇੰਨੀ ਤਰੀਕ ਨੂੰ ਜੰਮਿਆ ਸੀ, ਰੱਬ ਦਾ ਕੋਈ ਇਦਾਂ ਦਾ ਦਿਨ ਨਹੀਂ ਹੈ। ਅਕਾਲਿਆ, ਅਕਾਲ ਸਮੇਂ ਦੀ ਹਸਤੀ ਤੋਂ ਰਹਿਤ ਹੈ। ਕਾਲ ਦਾ ਮਤਲਬ ਟਾਈਮ ਹੋ ਗਿਆ, ਅਕਾਲ ਦਾ ਮਤਲਬ ਜਿਹਦੇ ਤੇ ਟਾਈਮ ਦਾ ਪ੍ਰਭਾਵ ਨਹੀਂ ਹੈ। ਸਾਡੇ ਸਾਰਿਆਂ ਦੇ ਉੱਤੇ ਹੈ ਨਾ, ਬਚਪਨ ਤੋਂ ਲੈ ਕੇ ਬਜ਼ੁਰਗੀ ਦੇ ਵਿੱਚ ਪਹੁੰਚ ਜਾਂਦੇ ਹਾਂ ਕਿਉਂਕਿ ਟਾਈਮ ਹੈ। ਰੱਬ ਦੇ ਉੱਤੇ ਇਦਾਂ ਦਾ ਕੋਈ ਟਾਈਮ ਨਹੀਂ। ਅਕਾਲਿਆ, ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ। ਇਹਨੂੰ ਇਦਾਂ ਕਹਿ ਲਈਏ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਇਹ ਜਿਹੜਾ ਸਰੂਪ ਹੈ ਨਾ, ਉਹ ਸੱਚਾ ਹੈ। ਨਿਸ਼ਾਨ ਦਾ ਮਤਲਬ ਵੈਸੇ ਹੁੰਦਾ ਹੈ ਟਿੱਕਾ, ਨਿਸ਼ਾਨੀ। ਸੱਚ ਨਿਸ਼ਾਨ ਅਪਾਰ, ਮਾਲਕ ਦੀ ਹੋਂਦ ਜਿਹੜੀ ਹੈ ਨਾ ਉਹ ਬੇਅੰਤ ਹੈ, ਉਹਦੀ ਜੋਤ ਹਰ ਵੇਲੇ ਉਜਲ ਹੈ। ਇਦਾਂ ਸਮਝ ਲਓ ਵੀ ਹਰ ਵੇਲੇ ਕਾਇਮ ਹੈ ਉਹ ਮਾਲਕ। ਫਿਰ ਵੇਖੋ, ਪੰਜ ਅੱਖਰ ਉਪਕਾਰ ਨਾਮ ਸੰਭਾਲਿਆ। ਇਹ ਪੰਜ ਅੱਖਰ ਦਾ ਮਤਲਬ ਕੀ ਹੈ ਇੱਥੇ? ਇਹ ਪੰਜ ਅੱਖਰ ਜਿਹੜੇ ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਸੀ, ਇੱਕ ਹੈ ਏਕਾ ਤੇ ਇੱਕ ਓੰਕਾਰ। ਓੰਕਾਰ ਦੇ ਵਿੱਚ ਚਾਰ ਸ਼ਬਦ ਆਉਂਦੇ ਨੇ, ਊੜਾ, ਐੜਾ, ਕੱਕਾ ਤੇ ਰਾਰਾ। ਤੇ ਇਹਦੇ ਨਾਲ ਜਦੋਂ ਇੱਕ ਸ਼ਬਦ ਮਿਲ ਜਾਂਦਾ, ਇਹ ਪੰਜ ਸ਼ਬਦ ਹੋ ਜਾਂਦੇ ਨੇ। ਪੰਜ ਅੱਖਰ ਉਪਕਾਰ, ਜਦੋਂ ਇਹ ਪੰਜ ਅੱਖਰ, ਇੱਕ ਓੰਕਾਰ ਜਿਹੜਾ ਵਾਹਿਗੁਰੂ ਕਿਸੇ ਦੇ ਉੱਤੇ ਉਪਕਾਰ ਕਰਦਾ ਹੈ ਨਾ, ਬਖਸ਼ਿਸ਼ ਕਰਦਾ ਹੈ, ਨਾਮ ਸੰਭਾਲਿਆ, ਫਿਰ ਉਹ ਐਸ ਨਾਮ ਨੂੰ ਸੰਭਾਲਦਾ ਹੈ, ਫਿਰ ਇਹ ਐਸ ਨਾਮ ਨੂੰ ਚੇਤੇ ਕਰਦਾ ਹੈ। ਭਾਵ ਕੀ ਹੋ ਗਿਆ? ਰੱਬ ਕਿਰਪਾ ਕਰੇ ਤੇ ਉਹਦੇ ਨਾਮ ਨੂੰ ਚੇਤੇ ਰੱਖਿਆ ਜਾ ਸਕਦਾ ਹੈ। ਨਾਮ ਕੀ ਹੈ ਉਹਦਾ? ਜੋ ਅਸੀਂ ਇੱਕ ਓੰਕਾਰ ਪੜ੍ਹਿਆ, ਤੇ ਬਾਕੀ ਕੀ ਹੈ ਆ ਉਹਦੇ ਹੁਣ ਜਿਹੜੇ ਗੁਣ ਤੇ ਵਿਸ਼ੇਸ਼ਤਾਈਆਂ ਪੜ੍ਹਦੇ ਪਏ ਹਾਂ, ਇਹ ਸਾਰੇ ਉਹਦੇ ਨਾਮਾਂ ਦੇ ਵਿੱਚ ਆ ਜਾਂਦੇ ਨੇ। ਪਰਮੇਸ਼ਰ ਸੁਖਸਾਰ ਨਦਰ ਨਿਹਾਲਿਆ। ਪਰਮੇਸ਼ਰ ਨੇ ਜਿਹਦੇ ਉੱਤੇ ਨਜ਼ਰ ਕਰ ਦਿੱਤੀ ਹੈ, ਬਖਸ਼ਿਸ਼ ਕਰ ਦਿੱਤੀ ਹੈ, ਕਹਿੰਦੇ ਸਮਝ ਲਓ ਉਹ ਬੰਦਾ ਨਿਹਾਲ ਹੋ ਗਿਆ। ਹੁਣ ਇਹਨੂੰ ਇਦਾਂ ਸਮਝ ਲਓ ਵੀ ਰੱਬ ਨੇ ਕਿਰਪਾ ਕੀਤੀ ਤੇ ਜਿਹਦੀ ਜ਼ਿੰਦਗੀ ਦੇ ਵਿੱਚ ਆ ਮੂਲ ਮੰਤਰ ਆ ਗਿਆ ਹੈ ਨਾ, ਜੋ ਅਸੀਂ ਸ਼ੁਰੂ ਦੇ ਵਿੱਚ ਬੋਲਿਆ ਹੈ, ਜਿਹਦੀ ਜ਼ਿੰਦਗੀ ਦੇ ਵਿੱਚ ਆ ਇੱਕ ਓੰਕਾਰ ਆ ਗਿਆ ਹੈ, ਜਿਹਦੀ ਜ਼ਿੰਦਗੀ ਦੇ ਵਿੱਚ ਆ ਮੂਲ ਮੰਤਰ ਆ ਗਿਆ ਹੈ, ਹਜ਼ੂਰ ਕਹਿੰਦੇ ਨੇ ਸਮਝ ਲਓ ਪਰਮੇਸ਼ਰ ਨੇ ਉਹਦੇ ਉੱਤੇ ਕਿਰਪਾ ਕਰ ਦਿੱਤੀ, ਉਹ ਸੁੱਖ ਦੇ ਨਾਲ ਆਪਣੀ ਜ਼ਿੰਦਗੀ ਜੀ ਰਿਹਾ ਹੈ। ਪਰਮੇਸ਼ਰ ਸੁਖਸਾਰ ਨਦਰ ਨਿਹਾਲਿਆ। ਫਿਰ ਅਗਲੇ ਸ਼ਬਦ ਵੇਖੋ, ਨੌ ਅੰਗ ਸੁਨ ਸੁਮਾਰ ਸੰਗ ਨਿਰਾਲਿਆ। ਇਹ ਵਿਆਖਿਆ ਥੋੜੀ ਜਿਹੀ ਧਿਆਨ ਦੇ ਨਾਲ ਸਮਝਣ ਵਾਲੀ ਹੈ, ਜੇ ਮੈਂ ਆਪ ਜੀ ਦੇ ਅੱਗੇ ਰੱਖ ਸਕਿਆ। ਤੇ 1 ਤੋਂ ਲੈ ਕੇ 9 ਤੱਕ ਇਹ ਗਿਣਤੀਆਂ ਨੇ। ਅੱਗੇ ਸਾਰਾ ਕੁਝ ਉਹੀ ਮੈਥ ਰਿਪੀਟ ਹੁੰਦਾ ਰਹਿੰਦਾ ਹੈ। ਜੇ 11 ਲਿਖਣਾ ਹੈ ਤੇ 1 1 ਲਿਖ ਦਿਓ, ਜੇ 12 ਲਿਖਣਾ ਹੈ ਤੇ 1 2 ਲਿਖ ਦਿਓ, 13 ਲਿਖਣਾ ਹੈ ਤੇ 1 3 ਲਿਖ ਦਿਓ। ਅੱਗੇ ਉਹੀ ਮੈਥ ਰਿਪੀਟ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਪਤਾ। ਕਿੰਨੀਆਂ ਵੀ ਗਿਣਤੀਆਂ ਲਿਖਣੀਆਂ ਹੋਣ, ਉਹ ਸਾਰੀਆਂ ਇਹਨਾਂ 9 ਅੱਖਰਾਂ ਦੇ ਵਿੱਚੋਂ ਹੀ ਨਿਕਲਦੀਆਂ ਨੇ। ਇਸ 9ਵੇਂ ਅੱਖਰ ਦੇ ਨਾਲ ਇੱਕ ਸਪੈਸ਼ਲ ਚੀਜ਼ ਲੱਗਦੀ ਹੈ, ਜਿਹਨੂੰ ਕਿਹਾ ਜਾਂਦਾ ਹੈ ਸਿਫਰ, 0। ਸਾਡੇ ਵਿੱਚ ਉਹਦੇ ਲਈ ਸ਼ਬਦ ਹੈ ਸ਼ੂਨਿਆ। ਸੁਨ ਇੱਥੇ ਸ਼ਬਦ ਵਰਤਿਆ ਹੈ। 9 ਅੰਗ, 9 ਅੰਕ ਨੇ, 1 ਤੋਂ ਲੈ ਕੇ 9 ਤੱਕ। ਥੋੜਾ ਜਿਹਾ ਹਿਸਾਬੀ ਕਿਤਾਬੀ ਗੱਲ ਹੋ ਜਾਵੇਗੀ, ਇਸ ਕਰਕੇ ਸਮਝ ਲਿਓ। ਪਰ 9 ਅੰਕ, 9 ਜਿਹੜੇ ਅੰਕ ਨੇ 1 ਤੋਂ ਲੈ ਕੇ ਤੇ 9 ਤੱਕ ਨੇ। ਪਰ ਜਦੋਂ ਸੁਨ ਸੁਮਾਰ, ਸੁਮਾਰ ਦਾ ਮਤਲਬ ਹੁੰਦਾ ਹੈ ਇਕੱਠੇ ਹੋ ਜਾਣਾ। ਜਦੋਂ ਇਹਨਾਂ 9 ਅੰਕਾਂ ਦੇ ਨਾਲ 0 ਲੱਗ ਜਾਂਦੀ ਹੈ ਤੇ ਫਿਰ ਕੀ ਹੋ ਜਾਂਦਾ ਹੈ? ਇਹ 10 ਗੁਣਾ ਹੋ ਜਾਂਦੇ ਨੇ, ਨਿਰਾਲੇ ਹੋ ਜਾਂਦੇ ਨੇ। 1 ਲਿਖਿਆ ਸੀ ਤੇ 1 ਹੀ ਹੈ, ਪਰ 1 ਦੇ ਨਾਲ 0 ਪਾ ਦਿੱਤੀ ਤੇ ਇਹ 10 ਬਣ ਗਿਆ, 10 ਗੁਣਾ ਹੋਰ ਅੱਗੇ ਚਲਾ ਗਿਆ। 2 ਸੀ, 2 ਇਕੱਲਾ ਹੈ, 2 ਦੇ ਨਾਲ 0 ਪਾ ਦਿੱਤੀ, 10 ਗੁਣਾ ਵੱਧ ਗਿਆ, ਉਹ 20 ਹੋ ਗਿਆ। ਤੇ ਉਹਦੇ ਨਾਲ ਹੋਰ 0 ਪਾਤੀ, 200 ਬਣ ਗਿਆ, 2000 ਬਣ ਗਿਆ। 0 ਜਿੰਨੀ ਮਰਜ਼ੀ ਪਾਈ ਜਾਓ ਤੇ ਇਹ 2 ਜਿਹੜੇ ਨੇ ਨਾ, ਇਹਨਾਂ ਦੀ ਇੰਪੋਰਟੈਂਸ ਹੋਰ ਵੱਧਦੀ ਰਹਿੰਦੀ ਹੈ, ਹੋਰ ਮਹਿੰਗਾ ਹੋਈ ਜਾਂਦਾ। 2 ਤੋਂ 20, ਫਿਰ 200, 2000, 2 ਲੱਖ, ਇੱਥੋਂ ਤੱਕ ਪਹੁੰਚ ਗਿਆ। ਹੁਣ ਇਦਾਂ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੰਪੋਰਟੈਂਟ ਹੈ। 1 ਤੋਂ ਲੈ ਕੇ 9 ਤੱਕ ਜਿਹੜੀ ਗਿਣਤੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਬੜੇ ਕਮਾਲ ਦੀ ਹੈ। ਪਰ ਨਾਲ ਕੀ ਹੈ, ਜਿਹੜੀ 0 ਜੋੜਨੀ ਹੈ ਨਾ, ਉਹ ਅਸੀਂ ਜੋੜਨੀ ਹੈ। ਇਹ ਨਹੀਂ ਵੀ ਰੱਬ ਦੇ ਕੋਲ 0 ਹੈ ਨਹੀਂ। 0 ਜੇ ਅੰਕ ਦੇ ਇੱਧਰ ਲੱਗ ਜਾਵੇ, ਤੁਹਾਨੂੰ ਵੀ ਪਤਾ ਹੈ, 1 ਤੋਂ ਪਹਿਲਾਂ 0 ਲੱਗ ਜਾਵੇ ਤੇ ਕੋਈ ਮੁੱਲ ਨਹੀਂ ਹੈ ਉਹਦਾ। ਭਾਵੇਂ 100 ਲਾਤੀਆਂ ਹੋਣ ਕਿਸੇ ਨੇ, ਉਹ ਰਹਿੰਦਾ 1 ਦਾ 1 ਹੀ ਹੈ। ਪਰ ਉਹ ਜਿਹੜੀ 0 ਹੈ, ਜੇ 1 ਦੇ ਸੱਜੇ ਪਾਸੇ ਲੱਗ ਜਾਵੇ, ਰਾਈਟ ਸਾਈਡ ਤੇ ਲੱਗ ਜਾਵੇ, ਤੇ ਉਹਦਾ ਕੁਝ ਮੁੱਲ ਪੈ ਜਾਂਦਾ ਹੈ।
ਭਾਈ ਗੁਰਦਾਸ ਸਾਹਿਬ ਕਹਿੰਦੇ 9 ਅੰਗ ਸੁਨ ਸੁਮਾਰ। ਜਿਹੜੇ 9 ਅੰਕ ਨੇ ਨਾ ਮੈਥ ਦੇ ਗਿਣਤੀ ਦੇ, ਜਦੋਂ ਉਹਨਾਂ ਦੇ ਨਾਲ 0 ਲੱਗ ਜਾਂਦੀ ਹੈ ਤੇ ਇਹ ਕੀ ਹੋ ਜਾਂਦਾ ਹੈ? ਸੰਗ ਨਿਰਾਲਿਆ। ਇਹ ਨਿਰਾਲੇ ਹੋ ਜਾਂਦੇ ਨੇ। ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰ ਤੇ ਗੁਰ ਪ੍ਰਸਾਦ। ਇਹ ਵੇਖੋ 9 ਅੱਖਰ ਨੇ, ਇਹ 9 ਸ਼ਬਦ ਨੇ। ਇੱਥੇ 9 ਅੰਗ ਜਿਹੜੇ ਨੇ ਨਾ, ਇਹ ਆਪਣੇ ਆਪ ਦੇ ਵਿੱਚ ਮੁਕੰਮਲ ਨੇ। ਪਰ ਇੱਥੇ ਹੁਣ 0 ਲਾਉਣੀ ਕਿੰਨੇ ਹੈ? 0 ਅਸੀਂ ਲਾਉਣੀ ਹੈ। ਤੇ ਅਸੀਂ 0 ਕਿੱਦਾਂ ਲਾਵਾਂਗੇ? ਇਹਨਾਂ ਨੂੰ ਯਾਦ ਕਰਕੇ। ਜਿੰਨਾ ਯਾਦ ਕਰ ਲਵਾਂਗੇ ਉਨੀਆਂ 0 ਅਸੀਂ ਲਾਈ ਜਾਵਾਂਗੇ। ਉਹ 9 ਤੇ ਆਪਣੇ ਆਪ ਦੇ ਵਿੱਚ ਹੈ ਹੀ ਨੇ। ਪਤਾ ਨਹੀਂ ਮੈਂ ਕਿੱਦਾਂ ਆਪ ਜੀ ਦੇ ਅੱਗੇ ਰੱਖ ਸਕਦਾ ਇਸ ਗੱਲ ਨੂੰ, ਪਰ ਸਮਝ ਲਿਓ 9 ਜਿੱਦਾਂ ਹੈ ਨੇ, 9 ਘਟਦੇ ਨਹੀਂ ਨੇ। ਇੱਕ ਜਿੱਦਾਂ ਦਾ ਹੈ ਉਦਾਂ ਦਾ ਹੀ ਰਹੇਗਾ, ਪਰ 0 ਲੱਗ ਜਾਵੇ ਤੇ ਉਹਦੀ ਮਹੱਤਤਾ ਵੱਧ ਜਾਂਦੀ ਹੈ ਨਾ। ਇੱਦਾਂ ਮੂਲ ਮੰਤਰ ਆਪਣੇ ਆਪ ਦੇ ਵਿੱਚ ਮੂਲ ਮੰਤਰ ਹੈ ਹੀ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਹ ਹੈ ਹੀ ਹੈ। ਪਰ ਜਦੋਂ ਇਹਦੇ ਨਾਲ ਅਸੀਂ ਯਾਦ ਕਰ ਕਰਕੇ ਇਹਨੂੰ ਪੜ੍ਹ ਕੇ ਆਪਣੇ ਸੁਰਤ ਦੀਆਂ 0 ਲਗਾਈ ਜਾਂਦੇ ਹਨ, ਤੇ ਫਿਰ ਇਹ ਗਿਣਤੀ ਹੋਰ ਵੱਧਦੀ ਜਾਂਦੀ ਹੈ। ਮਤਲਬ ਇਹ ਸਾਡੇ ਲਈ ਹੋਰ ਅੱਗੇ ਨਿਕਲਦਾ ਜਾਂਦਾ ਹੈ। ਸਾਡੇ ਲਈ ਹੈ, ਇੱਕ ਤੇ ਹੈ ਹੀ ਆਪਣੇ ਆਪ ਦੇ ਵਿੱਚ। ਅਸੀਂ 0 ਇਸ ਕਰਕੇ ਲਾਉਣੀ ਹੈ ਤਾਂ ਕਿ ਇਹ ਸੁਰਤ ਦਾ ਸਾਡੇ ਵਿੱਚ ਪੈਂਡਾ ਹੋਰ ਵੱਡਾ ਹੋ ਜਾਵੇ। ਅਸੀਂ ਸੁਰਤ ਵਾਲੇ ਪਾਸੇ ਤੋਂ ਇਹਨਾਂ ਨੂੰ ਯਾਦ ਕਰਨਾ ਹੈ। ਜਿੰਨਾ ਜਪ ਲਿਆ ਜਾਵੇ ਸਮਝ ਲਓ ਓਨੀਆਂ 0 ਲਾਈ ਗਏ। ਜਿੱਦਾਂ ਇੱਕ ਦੇ ਨਾਲ ਜਿੰਨੀਆਂ 0 ਲਾਈ ਗਏ ਓਨੀ ਰਕਮ ਵੱਡੀ ਹੋਈ ਗਈ ਨਾ, ਇੱਦਾਂ ਇਸ ਮੂਲ ਮੰਤਰ ਦੇ ਜਿੰਨਾ ਜਾਪ ਕਰਦੇ ਗਏ ਅਸੀਂ ਆਪਣੀਆਂ ਸੁਰਤ ਦੀਆਂ 0 ਲਾਈ ਗਏ, ਸਾਡੇ ਅੰਦਰ ਮੂਲ ਮੰਤਰ ਓਨਾ ਹੀ ਵੱਧ ਗਿਆ। ਤੇ ਫਿਰ ਇੱਕ ਤੇ ਸਾਡੇ ਕੋਲ ਗਿਣਤੀ ਹੈ ਜੀ ਵੀ ਆ ਜਿਹੜੀ ਹੈ ਉਹ ਇਕਾਈ, ਦਹਾਈ, ਸੈਂਕੜਾ ਜਿੱਦਾਂ ਬੋਲਦੇ ਹੁੰਦੇ ਨੇ ਮੈਥ ਦੇ ਵਿੱਚ। ਮੇਰਾ ਬਹੁਤਾ ਹਿਸਾਬ ਕਿਤਾਬ ਇੱਦਾਂ ਦਾ ਨਹੀਂ ਹੈ। ਚਲੋ ਲੱਖ ਤੋਂ ਆ ਕੇ ਕਰੋੜ ਦੀ ਗੱਲ ਆ ਗਈ, ਅਰਬ ਦੀ ਗੱਲ ਆ ਗਈ, ਖਰਬ ਦੀ ਗੱਲ ਆ ਗਈ। ਇੱਕ ਟਾਈਮ ਇੱਦਾਂ ਹੁੰਦਾ ਵੀ 0 ਵੱਧ ਜਾਂਦੀਆਂ ਨੇ, ਬੰਦੇ ਦੀ ਗਿਣਤੀ ਮੁੱਕ ਜਾਂਦੀ ਹੈ ਵੀ ਇਹਦੇ ਤੋਂ ਅੱਗੇ ਮੈਂ ਨਹੀਂ ਗਿਣ ਸਕਦਾ, ਕਿਉਂਕਿ ਇੱਕ ਲਿਮਟ ਹੈ ਬੰਦੇ ਦੀਆਂ ਗਿਣਤੀਆਂ ਦੀ ਵੀ। ਤੁਸੀਂ ਵੇਖੋ ਤਾਰੇ ਕਿੱਦਾਂ ਗਿਣੇ ਜਾਂਦੇ ਨੇ। ਤਾਰੇ ਸਾਡੀਆਂ ਗਿਣਤੀਆਂ ਦੇ ਵਿੱਚ ਤਾਂ ਨਹੀਂ ਗਿਣੇ ਜਾਂਦੇ। ਜਿੱਦਾਂ ਕੈਲੰਡਰ ਗਿਣੇ ਜਾਂਦੇ ਨੇ, 30 ਦਿਨਾਂ ਦਾ ਦਿਨ ਹੋ ਗਿਆ, ਤਾਰੇ ਇੱਦਾਂ ਗਿਣੇ ਹੀ ਨਹੀਂ ਜਾਂਦੇ। ਔਰ ਉਹਨਾਂ ਨੂੰ ਜਿੱਦਾਂ ਸਾਡੇ ਸਾਲ ਨੇ, ਇੱਦਾਂ ਤਾਰਿਆਂ ਦੇ ਲਾਈਟ ਈਅਰ ਨੇ, ਉਹਨਾਂ ਦੇ ਕੁਝ ਹੋਰ ਤਰੀਕੇ ਦੇ ਨੇ। ਕਿਉਂ? ਕਿਉਂਕਿ ਜੇ ਇਸ ਤਰੀਕੇ ਨਾਲ ਗਿਣਨ ਲੱਗਣ ਤੇ ਉਹਨਾਂ ਦੇ ਕੋਲ ਤਾਂ ਗਿਣਤੀਆਂ ਹੀ ਮੁੱਕ ਜਾਣ। ਉਹਨਾਂ ਨੇ ਆਪਣੇ ਤਰੀਕੇ ਨਾਲ ਐਸਟੀਮੇਟ ਲਾਏ ਨੇ। ਗਲੈਕਸੀਜ਼ ਨੂੰ ਜਦੋਂ ਗਿਣਿਆ ਜਾਂਦਾ ਹੈ, ਉਹਨਾਂ ਚੀਜ਼ਾਂ ਨੂੰ ਗਿਣਿਆ ਜਾਂਦਾ, ਤੇ ਤੁਸੀਂ ਵੇਖਦੇ ਹੋਵੋਗੇ ਕਿੱਦਾਂ ਗਿਣਿਆ ਜਾਂਦਾ। ਇਹ ਪੜ੍ਹਾ ਦਿੱਤਾ ਜਾਂਦਾ ਸਾਨੂੰ ਸਕੂਲਾਂ ਦੇ ਵਿੱਚ। ਇੱਕ ਟਾਈਮ ਇੱਦਾਂ ਦਾ ਆਉਂਦਾ ਜਦੋਂ ਗਿਣਤੀ ਮੁੱਕ ਜਾਂਦੀ ਹੈ ਤੇ ਬੰਦਾ ਕਹਿ ਦਿੰਦਾ ਵੀ ਨਹੀਂ, ਹੁਣ ਮੈਂ ਹੋਰ ਜੇ ਸਿਫਰਾਂ ਲਾ ਵੀ ਦਿੱਤੀਆਂ ਨਾ ਤੇ ਉਹਦਾ ਕੋਈ ਫਾਇਦਾ ਨਹੀਂ ਹੋਵੇਗਾ। ਕਿਉਂ? ਕਿਉਂਕਿ ਹੁਣ ਇਹ ਗਿਣਿਆ ਨਹੀਂ ਜਾਣਾ। ਹੁਣ ਇਹਦਾ ਮਤਲਬ ਇਹ ਨਹੀਂ ਵੀ ਇਹਦਾ ਫਾਇਦਾ ਨਹੀਂ ਹੈ, ਗਿਣਤੀ ਤੇ ਹੈ, ਪਰ ਅਸਲ ਦੇ ਵਿੱਚ ਗੱਲ ਕੀ ਹੈ ਵੀ ਇਹਨੂੰ ਇੰਨਾ ਯਾਦ ਕਰਨਾ ਹੈ ਵੀ ਅਸੀਂ ਗਿਣਤੀਆਂ ਮਿਣਤੀਆਂ ਤੋਂ ਪਾਰ ਚਲੇ ਜਾਈਏ। ਇੰਨੀਆਂ ਸਿਫਰਾਂ ਯਾਦ ਕਰ ਕਰਕੇ, ਇੰਨਾ ਜਾਪ ਕਰ ਕਰਕੇ, ਇਸ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਇੰਨਾ ਜਾਪ ਕਰਨਾ ਹੈ ਵੀ ਗਿਣਤੀਆਂ ਹੀ ਮੁੱਕ ਜਾਣ ਸਾਡੀਆਂ, ਸਾਨੂੰ ਚੇਤਾ ਹੀ ਨਹੀਂ ਰਵੇ ਵੀ ਕਿੰਨੀ ਕੁ ਵਾਰ ਅਸੀਂ ਕਰ ਲਿਆ ਹੈ। ਫਿਰ ਕੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ? ਜਿੱਦਾਂ 9 ਅੰਗ ਦੇ ਨਾਲ 0 ਲੱਗੀਆਂ ਤੇ 9 ਅੰਗ 90 ਬਣ ਗਿਆ ਨਾ, ਇੱਦਾਂ ਗੁਰਪ੍ਰਸਾਦ ਦੇ ਤੱਕ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਫਿਰ ਇਹ ਹੋਰ ਸਾਡੀ ਸੁਰਤ ਵੱਡੀ ਹੁੰਦੀ ਹੈ। 9 ਅੰਗ ਸੁਨ ਸੁਮਾਰ ਸੰਗ ਨਿਰਾਲਿਆ, ਨੀਲ ਅਨੀਲ ਵਿਚਾਰ ਪਿਰਮ ਪਿਆਲਿਆ। ਤੇ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਪਿਆਰ ਦਾ ਪਿਆਲਾ ਦੇ ਦਿੰਦਾ ਹੈ, ਕਿਉਂਕਿ ਪਿਆਰ ਤੋਂ ਬਿਨਾਂ ਤਾਂ ਜਪਿਆ ਵੀ ਨਹੀਂ ਜਾਂਦਾ, ਪਿਆਰ ਤੋਂ ਬਿਨਾਂ ਤੇ ਬੋਲਿਆ ਵੀ ਨਹੀਂ ਜਾਂਦਾ। ਇਸ ਕਰਕੇ ਕੀ ਹੁੰਦਾ ਹੈ? ਨੀਲ ਇੱਕ ਸੰਖਿਆ ਹੈ, ਗਿਣਤੀ ਹੈ। ਜਿੱਦਾਂ ਅਰਬ ਖਰਬ, ਇੱਦਾਂ ਨੀਲ ਇੱਕ ਸੰਖਿਆ ਹੈ, ਪਰ ਨੀਲ ਤੋਂ ਅੱਗੇ ਹੈ ਅਨੀਲ। ਸੰਖਿਆ ਤੋਂ ਅਸੰਖ ਹੋ ਜਾਣਾ, ਮਤਲਬ ਗਿਣਤੀਆਂ ਤੋਂ ਅੱਗੇ ਚਲਾ ਜਾਣਾ। ਕਈ ਪੁੱਛਦੇ ਨੇ ਵੀ ਕਿੰਨੀ ਵਾਰ ਵਾਹਿਗੁਰੂ ਕਹਿਣਾ ਚਾਹੀਦਾ ਤੇ ਕਿੰਨੀ ਵਾਰ ਗੁਰਪ੍ਰਸਾਦ ਕਹਿਣਾ ਚਾਹੀਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇੰਨੀ ਵਾਰ ਕਹੋ ਵੀ ਗਿਣਤੀ ਮੁੱਕ ਜਾਵੇ। ਤੁਹਾਡੀਆਂ ਗਿਣਤੀਆਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ। ਜੇ ਗਿਣਤੀਆਂ ਦੇ ਵਿੱਚ ਰਹਿ ਗਿਆ ਤਾਂ ਫਿਰ ਗਿਣਤੀ ਵੱਡੀ ਹੈ, ਮੂਲ ਮੰਤਰ ਛੋਟਾ ਹੈ। ਇਸ ਕਰਕੇ ਨੀਲ ਅਨੀਲ ਵਿਚਾਰ, ਇੰਨਾ ਉਹਨੂੰ ਵਿਚਾਰਨਾ ਹੈ, ਨੀਲ ਤੋਂ ਅਨੀਲ ਹੋ ਜਾਣਾ, ਗਿਣਤੀਆਂ ਤੋਂ ਅਣਗਿਣਤ ਹੋ ਜਾਣਾ। ਤੁਹਾਡੇ ਵਿੱਚ ਜਿੰਨੇ ਬੈਠੇ ਨੇ ਜੇ ਜਪਜੀ ਸਾਹਿਬ ਕਰਦੇ ਜੇ, ਕਦੀ ਤੁਸੀਂ ਗਿਣੇ ਹੋਣ ਵੀ ਇੰਨੇ ਜਪਜੀ ਸਾਹਿਬ ਹੋ ਗਏ ਹੋਣਗੇ ਸਾਡੇ ਜ਼ਿੰਦਗੀ ਦੇ ਵਿੱਚ? ਕਦੀ ਨਹੀਂ ਗਿਣੇ ਹੋਣਗੇ। ਇੱਦਾਂ ਹੀ ਮੂਲ ਮੰਤਰ ਦਾ ਜਾਪ ਕਰਨਾ ਹੈ, ਇੱਦਾਂ ਹੀ ਗੁਰਮੰਤਰ ਦਾ ਜਾਪ ਕਰਨਾ ਹੈ, ਇੱਦਾਂ ਹੀ ਬਾਣੀ ਪੜ੍ਹਨੀ ਹੈ। ਗਿਣਤੀ ਹੈ ਹੀ ਨਹੀਂ ਇਹਦੇ ਵਿੱਚ, ਜਿੰਨਾ ਹੋ ਜਾਵੇ ਓਨਾ ਥੋੜ੍ਹਾ ਹੀ ਹੈ। ਨੀਲ ਅਨੀਲ ਵਿਚਾਰ ਪਿਰਮ ਪਿਆਲਿਆ। ਅਕਾਲ ਪੁਰਖ ਵਾਹਿਗੁਰੂ ਜਦੋਂ ਪਿਆਰ ਦਾ ਪਿਆਲਾ ਦਿੰਦਾ ਹੈ ਨਾ, ਤੇ ਫਿਰ ਬੰਦਾ ਅਸੰਖ ਵਾਲੇ ਪਾਸੇ ਜਾਂਦਾ ਹੈ, ਅਣਗਿਣਤ ਵਾਲੇ ਪਾਸੇ ਜਾਂਦਾ ਹੈ। ਇਹ ਗੁਰੂ ਨਾਨਕ ਦਾ ਉਪਕਾਰ ਹੈ। ਸਾਨੂੰ ਮਹਾਰਾਜ ਜੀ ਆ ਮੂਲ ਮੰਤਰ ਦੇ ਕੇ ਗਏ, ਇਹਦੇ ਪਿਆਰ ਦੇ ਨਾਲ ਦਰਸ਼ਨ ਕਰੋ, ਇਹਨੂੰ ਪਿਆਰ ਦੇ ਨਾਲ ਪੜ੍ਹੋ, ਜਿੰਨਾ ਪੜ੍ਹਿਆ ਜਾਵੇ। ਫਿਰ ਆਖਰੀ ਗੱਲ ਕਹਿ ਕੇ ਤੇ ਸਮਾਪਤੀ ਕਰਾਂਗਾ।
ਮੈਂ ਸ਼ੁਰੂ ਦੇ ਵਿੱਚ ਗੱਲ ਕਹੀ ਆ, ਬਾਕੀ ਬਾਣੀਆਂ ਨਹੀਂ ਯਾਦ ਤੇ ਅਸੀਂ ਕਹਿ ਸਕਦੇ ਹਾਂ ਜੀ ਸਾਨੂੰ ਬਾਣੀ ਨਹੀਂ ਯਾਦ। ਮੂਲ ਮੰਤਰ ਯਾਦ ਕਰਨਾ ਔਖਾ ਨਹੀਂ ਹੈ। ਆਪਣੇ ਬੱਚਿਆਂ ਨੂੰ ਆਦਤ ਪਾਓ ਵੀ ਬੇਟਾ ਜਦੋਂ ਸਕੂਲ ਜਾ ਰਿਹਾ ਹੈ ਤੇ ਸਕੂਲ ਜਾਂਦਿਆਂ ਜਾਂਦਿਆਂ ਇਹਨੂੰ ਪੜ੍ਹ, ਜਿੰਨਾ ਵੀ ਪੜ੍ਹ ਲਵੇਂ ਓਨਾ ਥੋੜ੍ਹਾ, ਜਿੰਨਾ ਤੇਰੇ ਕੋਲ ਹੋਵੇਗਾ ਜਾਪ ਇਹਨੂੰ ਕਰ ਲੈ, ਸਕੂਨ ਦੇਵੇਗੀ ਇਹ ਚੀਜ਼। ਸਤਿਗੁਰੂ ਕਿਰਪਾ ਕਰੇ ਇਹਨੂੰ ਪ੍ਰੈਕਟੀਕਲ ਦੇ ਵਿੱਚ ਲੈ ਕੇ ਆਓ। ਵਾਹਿਗੁਰੂ ਦਾ ਜਾਪ, ਗੁਰਮੰਤਰ ਦਾ ਜਾਪ, ਗੁਰਬਾਣੀ ਦਾ ਪਾਠ ਜਿੰਨਾ ਕਰੋ ਓਨਾ ਹੀ ਥੋੜ੍ਹਾ ਹੈ। ਪਰ ਇਥੇ ਸਪੈਸ਼ਲ ਗੱਲ ਮੂਲ ਮੰਤਰ ਦੇ ਲਈ ਆਈ ਹੈ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।